ਨੂੰਹ ਨੇ ਮਤਲਬ ਧੱਕਾ ਕੀਤਾ, 54 ਲੱਖ ਦਾ ਫਰਾਡ ਹੋਇਆ। ਦੋ ਸਾਲ ਪਹਿਲਾਂ ਮੰਗੀ ਰੱਖੀ ਸੀਗੀ, ਉਸ ਤੋਂ ਬਾਅਦ ਮਤਲਬ ਪਹਿਲਾਂ ਵਿਆਹ ਤੋਂ ਪਹਿਲਾਂ ਵੀ ਆਈਲੈਟ ਕਰਵਾਈ, ਵਿਆਹ ਤੋਂ ਬਾਅਦ ਵੀ ਕਰਵਾਈ, ਪਰ ਜਿਹੜੇ ਉਹਦੇ ਮਤਲਬ ਸੰਬੰਧ ਸੀਗੇ ਮਤਲਬ ਚਲਾਮੇ ਜਾਏ ਸੀਗੇ। ਇੱਕ ਦਿਖਾਵਾ ਸੀ ਸਾਡੇ ਲਈ, ਵਿਆਹ ਸੀ ਉਹਦੇ ਲਈ ਠੱਗੀ ਸੀਗੀ, ਤੇ ਸਾਡੇ ਨਾਲ 54 ਲੱਖ ਦਾ ਫਰਾਡ ਹੋਇਆ। ਮਕਸੂਦਾਂ ਦੀ ਕੁੜੀ ਹੈ ਜਲੰਧਰ ਦੀ, ਸ਼ਰਨਪ੍ਰੀਤ ਕੌਰ ਨਾਮ ਹੈ ਉਹਦਾ। 2017 ਦੇ ਵਿੱਚ ਇਹਨੂੰ ਮੈਂ ਭੇਜਿਆ ਕੈਨੇਡਾ, ਜਾ ਕੇ ਉੱਥੇ ਜਾ ਕੇ 4-5 ਮਹੀਨੇ ਬਾਅਦ ਇਹਨੇ ਮੈਨੂੰ ਬਲੌਕ ਮਾਰਤਾ ਔਰ ਮੇਰਾ 13 ਲੱਖ ਰੁਪਏ ਟੋਟਲ ਖਰਚਾ ਆਇਆ, ਜੋ ਵੀ ਆਪਣਾ ਸਿਰਫ ਸਟੱਡੀ ਦਾ। ਦੋ 2017 'ਚ 24 ਅਗਸਤ ਨੂੰ ਇਹਦੀ ਫਲੈਟ ਸੀ, ਜਾ ਕੇ ਜਾਂਦੇ ਇਹਨੇ ਕਾਲਜ ਚੇਂਜ ਕੀਤਾ ਆਪਣਾ। ਜਾ ਕੇ ਕਾਲਜ ਚੇਂਜ ਕਰਨ ਤੋਂ ਬਾਅਦ ਮੈਂ ਉਹਨੂੰ ਪੁੱਛਿਆ ਤੂੰ ਕਾਲਜ ਕਿਉਂ ਚੇਂਜ ਕੀਤਾ ਹੈ? ਕਹਿੰਦੀ ਮੇਰੀ ਆਪਣੀ ਪਰਸਨਲ ਲਾਈਫ ਹੈ ਤੇ ਮੈਂ ਇੱਥੇ ਆਪਣੀ ਮਰਜ਼ੀ ਕਰਨੀ ਹੈ ਤੇ ਤੂੰ ਵਿੱਚ ਇੰਟਰਫੇਅਰ ਨਾ ਕਰ, ਤੁਹਾਨੂੰ ਇੱਥੇ ਆਦਾ ਪਤਾ ਨਹੀਂ ਹੈਗਾ ਕਾਨੂੰਨ ਕੀ ਚੱਲਦੇ ਪਏ ਨਾ। ਤਿੰਨ ਕੁ ਮਹੀਨੇ ਬਾਅਦ ਇਹਨੇ ਆਪਣਾ ਰੰਗ ਅਸਲੀ ਦਿਖਾਉਣਾ ਸਟਾਰਟ ਕਰਤਾ, ਇਹਦੀ ਫੈਮਿਲੀ ਨੂੰ ਦਿਖਾਉਣਾ ਸਟਾਰਟ ਕਰਤਾ। ਇਹਦੀ ਫੈਮਿਲੀ ਨੂੰ ਕਹਿ ਦਿੱਤਾ ਪਹਿਲਾਂ ਕਿ ਤੂੰ ਸਾਡੇ ਘਰ ਨਹੀਂ ਆਉਂਦਾ, ਜੇ ਤੂੰ ਸਾਡੇ ਘਰ ਆਉਂਦਾ ਮੈਨੂੰ ਕੁਝ ਫੋਟੋਆਂ ਭੇਜੀਆਂ ਉਹਨਾਂ ਨੇ ਕਿ ਤੇਰੇ ਤੇ ਆਪਾਂ ਪਰਚਾ ਕਰਾਵਾਂਗੇ, ਤੇਰੇ ਤੇ ਆਹ ਧਾਰਾ ਲਵਾਵਾਂਗੇ ਆਪਾਂ। ਮੈਂ ਤੇ ਇਕੱਲਾ ਸੀ, ਮੇਰੀ ਫੈਮਿਲੀ ਬਾਹਰ ਆਸਟ੍ਰੇਲੀਆ ਸੀ। ਉਸ ਤੋਂ ਬਾਅਦ ਕੁੜੀ ਨਾਲ ਜਦੋਂ ਮੈਂ ਗੱਲ ਕੀਤੀ ਕਿ ਆ ਤੇਰੀ ਫੈਮਿਲੀ ਦਾ, ਕਹਿੰਦੀ ਤੂੰ ਮੇਰੇ ਘਰ ਨਾ ਜਾਣਾ ਬੰਦ ਕਰ ਦੇ, ਘਰ ਨਾ ਜਾ ਮੇਰੇ। ਲਵਪ੍ਰੀਤ ਤੇ ਬੇਅੰਤ ਕੌਰ ਦਾ ਮਸਲਾ ਇੱਕ ਵਾਰ ਸ਼ੁਰੂ ਹੋਇਆ ਸਿਰਫ ਇੰਨੀ ਜੀ ਗੱਲ ਤੋਂ ਕਿ ਉੱਥੇ ਸੱਦਿਆ ਨਹੀਂ ਜਾ ਰਿਹਾ। ਉਸ ਤੋਂ ਬਾਅਦ ਪ੍ਰੈਸ਼ਰ ਇੰਨਾ ਜ਼ਿਆਦਾ ਬਣ ਗਿਆ ਲਵਪ੍ਰੀਤ ਦੇ ਉੱਤੇ, ਜਿਸ ਤੋਂ ਬਾਅਦ ਕਿ ਉਸਨੇ ਸੁਸਾਈਡ ਕਰ ਲਈ। ਪਰ ਕਿਤੇ ਨਾ ਕਿਤੇ ਇੱਕ ਹੁੰਗਾਰਾ ਮਿਲਿਆ ਉਹਨਾਂ ਲੋਕਾਂ ਨੂੰ ਜਿਹੜੇ ਕਿਤੇ ਨਾ ਕਿਤੇ ਠੱਗੀ ਦੇ ਸ਼ਿਕਾਰ ਹੋ ਰਹੇ ਸੀਗੇ। ਅੱਜ ਜਲੰਧਰ ਦੇ ਵਿੱਚ ਕੰਪਨੀ ਬਾਗ ਚੌਂਕ ਦੇ ਵਿੱਚ, PNB ਚੌਂਕ ਤੋਂ ਵੀ ਜਾਣਿਆ ਜਾਂਦਾ, ਉੱਥੇ ਇੱਕ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ। ਕੁਝ ਲੋਕਾਂ ਵੱਲੋਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੈਨਰ ਲਾਇਆ ਗਿਆ ਹੈ, ਜਸਟਿਸ ਫॉर ਲਵਪ੍ਰੀਤ, ਲਵਪ੍ਰੀਤ ਲਾਡੀ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਓ, ਬੇਅੰਤ ਕੌਰ ਅਤੇ ਫਰਾਡ ਕਰਨ ਵਾਲੇ ਵਿਦੇਸ਼ੀ ਲੜਕੀਆਂ ਨੂੰ, ਲਾੜੀਆਂ ਨੂੰ ਡਿਪੋਰਟ ਕਰੋ। ਤੇ ਦੂਸਰੇ ਪਾਸੇ ਇੱਕ ਅਪੀਲ ਕੀਤੀ ਗਈ ਹੈ ਆਨਰੇਬਲ ਪ੍ਰਾਈਮ ਮਿਨਿਸਟਰ ਮਿਸਟਰ ਜਸਟਿਨ ਟਰੂਡੋ ਨੂੰ, ਜੋ ਕਿ ਕੈਨੇਡਾ ਦੇ ਇਸ ਵੇਲੇ ਪ੍ਰਾਈਮ ਮਿਨਿਸਟਰ ਨੇ। ਗੱਲਬਾਤ ਕਰਦੇ ਹਾਂ। ਸਰ, ਕੀ ਨਾਮ ਹੈ ਤੁਹਾਡਾ? ਜੋਗਿੰਦਰ ਸਿੰਘ ਜੋਗੀ, ਫਾਊਂਡਰ ਪ੍ਰੈਜ਼ੀਡੈਂਟ ਪੰਜਾਬ ਯੂਥ ਕਲੱਬਸ ਆਰਗੇਨਾਈਜੇਸ਼ਨ। ਸਰ, ਜੇ ਗੱਲ ਕਰੀਏ ਅੱਜ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ, ਇੰਨੀ ਦੇਰ ਤੋਂ ਇਹ ਮਸਲਾ ਚੱਲ ਰਿਹਾ, ਲਗਭਗ 2 ਮਹੀਨੇ ਹੋ ਚੱਲੇ ਨੇ, ਉਦੋਂ ਇਹ ਕੰਮ ਕਿਉਂ ਨਹੀਂ ਕੀਤਾ ਗਿਆ? ਦੇਖੋ, ਬਹੁਤ ਲੰਮਾ ਸਮਾਂ ਹੋ ਗਿਆ, ਅੱਜ 40-45 ਦਿਨ ਹੋ ਗਿਆ ਲਵਪ੍ਰੀਤ ਲਾਡੀ ਦੀ ਮੌਤ ਨੂੰ। ਔਰ ਉਸ ਤੋਂ ਪਹਿਲਾਂ ਜਿਵੇਂ ਜਿੱਥੇ ਘਟਨਾ ਵਾਪਰੀ ਹੁੰਦੀ ਹੈ, ਮੂਵਮੈਂਟ ਉੱਥੋਂ ਹੀ ਸ਼ੁਰੂ ਹੁੰਦੀ ਹੈ। ਔਰ ਬਰਨਾਲੇ ਦੇ ਵਿੱਚ ਜੇ ਕੈਂਡਲ ਮਾਰਚ ਹੋਇਆ ਤੇ ਸਾਡੀ ਜਥੇਬੰਦੀ ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਤੇ ਹੋਰ ਸਾਰੀਆਂ ਭਰਾਤਰੀ ਜਥੇਬੰਦੀ ਨੂੰ ਨਾਲ ਲੈ ਕੇ ਅਸੀਂ ਉੱਥੇ ਇੱਕ ਬਹੁਤ ਵੱਡਾ ਕੈਂਡਲ ਮਾਰਚ ਕੀਤਾ। ਇੱਥੇ ਤੇ ਅਜੇ ਤੁਸੀਂ ਜਿਵੇਂ ਪਹਿਲਾਂ ਆ ਗਏ, ਕੈਂਡਲ ਮਾਰਚ ਦੀ ਤਿਆਰੀ ਹੋ ਰਹੀ ਆ, ਬਹੁਤ ਵੱਡੀ ਗਿਣਤੀ 'ਚ ਵਰਕਰ ਇੱਥੇ ਆ ਰਹੇ ਪੂਰੇ ਜਲੰਧਰ ਜ਼ਿਲ੍ਹੇ ਦੇ ਵਿੱਚੋਂ। ਔਰ ਉੱਥੇ ਕੈਂਡਲ ਮਾਰਚ ਤੋਂ ਬਾਅਦ ਪ੍ਰਸ਼ਾਸਨ ਨੇ ਸਿਰਫ ਕੱਲੀ ਬੇਅੰਤ ਕੌਰ ਦੇ ਉੱਤੇ 420 ਦਾ ਪਰਚਾ ਦਰਜ ਕੀਤਾ। ਹੁਣ ਸਵਾਲ ਇੱਥੇ ਇਹ ਖੜਾ ਹੁੰਦਾ, ਅਸੀਂ ਵੀ ਪੁਲਿਸ ਦੀ ਇਸ ਗੱਲ ਨਾਲ ਤਾਂ ਸਹਿਮਤ ਹੋ ਸਕਦੇ ਹਾਂ ਵੀ ਮੈਡੀਕਲ ਰਿਪੋਰਟ ਆਏਗੀ, ਉਹਦੇ 'ਚ ਕੀ ਨਿਕਲਦਾ ਉਹ ਬਾਅਦ ਦੀਆਂ ਗੱਲਾਂ, ਪਰ ਕੀ ਕੱਲੀ 420 ਕੱਲੀ ਬੇਅੰਤ ਕੌਰ ਨੇ ਕੀਤੀ ਹੈ ਜਾਂ ਬੇਅੰਤ ਕੌਰ ਨੇ ਇਕੱਲਿਆਂ ਹੀ ਜਾ ਕੇ ਵਿਆਹ ਕਰ ਲਿਆ ਲਵਪ੍ਰੀਤ ਦੇ ਨਾਲ? ਇਹ ਪੂਰੇ ਪਰਿਵਾਰ ਦੇ ਨਾਲ ਗੱਲਬਾਤ ਹੋਈ ਆ। ਪੂਰੇ ਪਰਿਵਾਰ ਨੂੰ ਪਤਾ ਸੀ ਕਿ ਕਿੰਨੇ ਲੱਖ ਰੁਪਈਆ ਵਾਰ-ਵਾਰ ਜਿਹੜਾ ਲਵਪ੍ਰੀਤ ਲਾਡੀ ਦਾ ਪਰਿਵਾਰ ਹੈ ਬੇਅੰਤ ਕੌਰ ਨੂੰ ਟ੍ਰਾਂਜੈਕਸ਼ਨ ਦੇ ਰਿਹਾ, ਔਰ ਪੂਰਾ ਪਰਿਵਾਰ ਉਸ ਸਾਜ਼ਿਸ਼ ਸ਼ਾਮਲ ਹੈ। ਤੇ ਸਾਡੀ ਇਹ ਮੰਗ ਹੈ ਕਿ ਬੇਅੰਤ ਕੌਰ ਦੇ ਨਾਲ ਹੋਰ ਵੀ ਜਿਹੜੇ ਦੋਸ਼ੀ ਹੈ ਉਹਨਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਤੇ ਦੂਜਾ ਰਵਦੀਪ ਜੌਲ ਜਿਹੜਾ ਮੁੰਡਾ ਜਿਹਦੀ ਇਸ ਸਾਰੀ ਸਟੋਰੀ ਵਿੱਚ ਬੜੀ ਚਰਚਾ ਕਿ ਉਹਦੇ ਨਾਲ ਉਹ ਰਹਿ ਰਹੀ ਸੀਗੀ, ਸੱਚਾਈ ਤਾਂ ਚਲੋ ਆਉਂਦੇ ਸਮੇਂ 'ਚ ਬਾਹਰ ਆ ਜਾਏਗੀ ਕੀ ਨਿਕਲਦੀ ਹੈ, ਪਰ ਉਸ ਰਵਦੀਪ ਜਿਹੜੇ ਵੀਰ ਨੂੰ ਮੈਂ ਬੇਨਤੀ ਕਰਾਂਗਾ ਕਿ ਵੀਰ ਇੱਦਾਂ ਲੁਕਿਆ ਨਹੀਂ ਗੱਲ ਬਣਨੀ, ਸਾਹਮਣੇ ਆ ਕੇ ਆਪਣੀ ਸੱਚਾਈ ਦੱਸ। ਹੋ ਸਕਦਾ ਤੇਰਾ ਕਸੂਰ ਜ਼ਿਆਦਾ ਨਾ ਹੋਵੇ, ਹੋ ਸਕਦਾ ਤੈਨੂੰ ਅਸਲੀਅਤ ਵੀ ਨਾ ਪਤਾ ਹੋਵੇ, ਹੋ ਸਕਦਾ ਤੈਨੂੰ ਉਹਨੇ ਆਪਣੇ ਬਾਰੇ ਕੀ ਦੱਸਿਆ ਹੋਵੇ, ਔਰ ਤੈਨੂੰ ਸਾਹਮਣੇ ਆਉਣਾ ਚਾਹੀਦਾ ਤਾਂ ਜੋ ਇਹ ਕਾਂਡ ਜੋ ਹੋਇਆ ਇਹਦੇ ਤੋਂ ਪਰਦਾ ਜਲਦੀ ਤੋਂ ਜਲਦੀ ਚੁੱਕਿਆ ਜਾ ਸਕੇ ਤੇ ਲੋਕਾਂ ਵਿੱਚ ਸੱਚਾਈ ਆਵੇ। ਦੂਸਰੀ ਗੱਲ, ਇਹ ਜਿਹੜੀ ਲੜਾਈ, ਦੂਸਰੀ ਗੱਲ ਦੇ ਵੱਲ ਵਧਣ ਤੋਂ ਪਹਿਲਾਂ ਇੱਕ ਸਵਾਲ ਉੱਠਦਾ ਹੈ ਇੱਥੇ, ਕੀ ਤੁਹਾਨੂੰ ਪਤਾ ਹੈ ਕਿ ਲਵਪ੍ਰੀਤ ਦੇ ਪਰਿਵਾਰ ਨੇ ਕਿੰਨੇ ਲੱਖ ਦੀਆਂ ਟ੍ਰਾਂਜੈਕਸ਼ਨਸ ਕੀਤੀਆਂ ਉੱਥੇ? ਤਕਰੀਬਨ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ
ਕਿਉਂਕਿ ਬਹੁਤ ਜਲਦੀ ਹੀ 2 ਦਿਨ ਦੇ ਵਿੱਚ ਲਵਪ੍ਰੀਤ ਲਾਡੀ ਦੇ ਪਰਿਵਾਰ ਨੂੰ ਅਸੀਂ ਜਲੰਧਰ ਦੀ ਪ੍ਰੈਸ ਕਲੱਬ ਵਿੱਚ ਵੀ ਲਿਆ ਰਹੇ ਹਾਂ ਔਰ ਜਲੰਧਰ ਦੇ ਪੂਰੇ ਮੀਡੀਆ ਦੇ ਰੂਬਰੂ ਵੀ ਅਸੀਂ ਕਰਾਂਗੇ ਜਲਦੀ ਹੀ 2 ਜਾਂ 3 ਦਿਨ ਦੇ ਵਿੱਚ ਔਰ ਲਵਪ੍ਰੀਤ ਦੇ ਪਰਿਵਾਰ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਕਰੀਬ 28 ਲੱਖ ਰੁਪਈਆ ਜੋ ਬਿਲਕੁਲ 1 ਨੰਬਰ ਦੀ ਟ੍ਰਾਂਜੈਕਸ਼ਨ ਜਿਹੜੀ ਬੈਂਕਾਂ ਵਿੱਚੋਂ ਗਈ ਹੈ ਉਹ ਬਿਲਕੁਲ ਕਲੀਅਰ ਹੈ। ਜਦੋਂ ਮੀਡੀਆ 'ਚ ਆਏਗੀ ਉਹ ਵੀ ਸਾਰਾ ਦੱਸ ਦਿਆਂਗੇ। ਇਹ ਉੱਥੇ ਜਾਣ ਤੋਂ ਬਾਅਦ ਉਹਨਾਂ ਨੇ ਟ੍ਰਾਂਸਫਰ ਕੀਤੀ ਜਾਣ ਤੋਂ ਬਾਅਦ ਜੀ ਔਰ ਉਹ ਬੜਾ ਕਲੀਅਰ ਹੈ ਕਿ ਉਹਦੀਆਂ ਫੀਸਾਂ ਵਾਸਤੇ ਕੀਤੀ ਗਈ ਆ। ਹੁਣ ਇੱਥੇ ਗੱਲ ਇਹ ਆ ਜਾਂਦੀ ਹੈ ਕਿ ਬਹੁਤ ਸਾਰੇ ਇੱਕ ਹੋਰ ਸਵਾਲ ਹੈ ਕਿ ਜਿਸ ਦਾ ਤੁਸੀਂ ਗੱਲ ਕੀਤੀ ਕਿ ਹੋਰ ਵੀ ਦੋਸ਼ੀ ਨੇ, ਹੋਰ ਦੋਸ਼ੀ ਕੌਣ-ਕੌਣ ਤੁਸੀਂ ਦੇਖਦੇ ਹੋ ਇਸ ਮਾਮਲੇ ਦੇ ਵਿੱਚ? ਦੇਖੋ ਉਹਦੇ ਪਰਿਵਾਰਕ ਮੈਂਬਰ ਹੀ ਦੋਸ਼ੀ ਹੋ ਸਕਦੇ ਆ। ਹੋਰਾਂ ਦੀ ਆਪਾਂ ਜੇ ਗੱਲ ਕਰੀਏ ਉਹਨਾਂ ਦੇ ਪਰਿਵਾਰ ਦੇ ਕੋਈ ਛੋਟੇ ਬੱਚੇ ਹੋਣਗੇ, ਸਾਡੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ, ਕੋਈ ਦੁਸ਼ਮਣੀ, ਸਾਡੇ ਪਰਿਵਾਰਾਂ ਦੇ ਬੱਚਿਆਂ ਵਰਗੇ ਬੱਚੇ ਆ। ਪਰ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਕਿ ਬੇਅੰਤ ਕੌਰ ਦੀ ਮਾਤਾ ਨੂੰ ਨਹੀਂ ਪਤਾ ਹੋਏਗਾ ਕਿ ਬੇਅੰਤ ਕੌਰ ਆਪਣੇ ਪਤੀ ਨਾਲ ਕਿਹੋ ਜਿਹਾ ਸਲੂਕ ਕਰ ਰਹੀ ਹੈ, ਬੇਅੰਤ ਕੌਰ ਕਿੰਨਾ ਜ਼ਿਆਦਾ ਉਹਨੂੰ ਇਗਨੋਰ ਕਰ ਰਹੀ ਹੈ, ਕਿਵੇਂ ਜਲੀਲ ਕਰ ਰਹੀ ਹੈ, ਕਿਵੇਂ ਉਹਨੂੰ ਬੁਰੀ ਤਰ੍ਹਾਂ ਦੁਤਕਾਰ ਰਹੀ ਹੈ। ਔਰ ਉਹ ਬਾਰ-ਬਾਰ ਤਰਲੇ ਪਾ ਰਿਹਾ, ਮਿੰਨਤਾਂ ਪਾ ਰਿਹਾ ਕਿ ਮੇਰੇ ਨਾਲ ਗੱਲ ਤਾਂ ਕਰ ਲਾ। ਘੱਟੋ ਘੱਟ 200-250 ਪੇਜ ਦੀ ਚੈਟ ਹੈ, ਜਿਹਦੇ ਕੋਲ 70-80-100 ਪੇਜਾਂ ਦੀ ਚੈਟ ਮੇਰੇ ਕੋਲ ਵੀ ਮੈਂ ਤੁਹਾਨੂੰ ਭੇਜ ਦਿੰਦਾ ਵਾਂ। ਉਹਦੇ 'ਚ ਇਹੀ ਬਾਰ-ਬਾਰ ਕਿ ਜਦੋਂ ਫੋਨ ਕਰਦਾ, ਮੈਸੇਜ ਕਰਦਾ, ਉਹ ਕਹਿ ਰਹੀ ਕਿ ਮੈਂ ਅਜੇ ਕਾਲਜ ਆ, ਮੈਂ ਅਜੇ ਕੰਮ ਤੇ ਆ, ਮੈਂ ਬਿਜ਼ੀ ਆ, ਮੈਂ ਖਾਣਾ ਬਣਾ ਰਹੀ ਆ, ਮੈਂ ਆਪਣੀ ਮਦਰ ਨਾਲ ਗੱਲ ਕਰ ਰਹੀ ਆ। ਔਰ ਤੁਸੀਂ ਇੱਕ ਚੀਜ਼ ਮੈਂ ਇਹ ਤੱਥ ਰੱਖਦੇ ਹਾਂ ਤੁਹਾਡੇ ਚੈਨਲ ਦੇ ਰਾਹੀਂ ਕਿ ਲਵਪ੍ਰੀਤ ਦੀ ਮੌਤ ਤੋਂ 1 ਸਾਲ ਪਹਿਲਾਂ, ਪੂਰਾ 1 ਸਾਲ ਪਹਿਲਾਂ ਬੇਅੰਤ ਕੌਰ ਨੇ ਆਪਣੀ ਸੱਸ ਭਾਵ ਲਵਪ੍ਰੀਤ ਦੀ ਮਾਤਾ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਔਨ ਰਿਕਾਰਡ ਹੈ, ਜੇ ਬੇਅੰਤ ਕੌਰ ਨੇ ਕੀਤੀ ਕਿਤੇ ਸਾਹਮਣੇ ਲਿਆਵੇ। ਦੇਖੋ ਬੇਅੰਤ ਕੌਰ ਦੇ ਜਾਂ ਉਹਦੇ ਪਰਿਵਾਰ ਨਾਲ ਨਿੱਜੀ ਤੌਰ ਤੇ ਕਿਸੇ ਦੀ ਕੋਈ ਦੁਸ਼ਮਣੀ ਨਹੀਂ। ਅਸੀਂ ਤਾਂ ਉਸ ਲੋਟੂ ਨਿਜ਼ਾਮ ਦੇ ਖਿਲਾਫ ਝੰਡਾ ਬੁਲੰਦ ਕੀਤਾ ਕਿ ਇਦਾਂ ਦੇ ਹਜ਼ਾਰਾਂ ਲਵਪ੍ਰੀਤ ਆ ਜਿਹੜੇ ਅੱਜ ਮੌਤ ਦੇ ਕੰਢੇ ਤੇ ਖੜੇ ਆ। ਜੇ ਲਵਪ੍ਰੀਤ ਨੂੰ ਇਨਸਾਫ ਨਹੀਂ ਮਿਲਦਾ ਤਾਂ ਮੇਰਾ ਖਿਆਲ ਹੈ ਵੀ ਆਉਂਦੇ ਸਮੇਂ ਵਿੱਚ ਹੋਰ ਬਹੁਤ ਸਾਰੀਆਂ ਬੇਅੰਤ ਕੌਰ ਜਿਹੜੀਆਂ ਉਹ ਬਣਨਗੀਆਂ। ਔਰ ਅਜੇ ਵੀ ਅੱਜ ਜਲੰਧਰ ਦੇ ਵੀ ਬਹੁਤ ਸਾਰੇ ਕੇਸ ਇੱਥੇ ਆਉਣੇ ਆ ਜਿਨ੍ਹਾਂ ਲੋਕਾਂ ਨਾਲ ਵਧੀਕੀ ਹੋਈ ਆ। 20-30 ਲੱਖ ਰੁਪਇਆ ਲਾਤਾ, 3 ਸਾਲ 4 ਸਾਲ ਹੋ ਗਏ ਉਡੀਕਦਿਆਂ ਨੂੰ। ਫੋਨ ਕਰਨਾ ਦੂਰ ਦੀ ਗੱਲ ਹੈ, ਉਹਨਾਂ ਨੂੰ ਸਪਾਂਸਰ ਕਰਨਾ, ਪੇਪਰ ਭੇਜਣਾ ਦੂਰ ਦੀ ਗੱਲ ਹੈ, ਉਲਟਾ ਉਹਨਾਂ ਦੇ ਉੱਤੇ ਦਾਜ ਮੰਗਣ ਦੀਆਂ ਕੰਪਲੇਂਟ ਹੋ ਰਹੀਆਂ। 498 ਦੇ ਐਸੇ ਜਲੰਧਰ ਦੇ ਕਿੰਨੇ ਕੇਸ ਤੁਹਾਡੇ ਨਾਲ ਜੁੜ ਚੁੱਕੇ ਆ? ਦੇਖੋ ਫਿਲਹਾਲ ਪਿਛਲੇ ਕੁਝ ਦਿਨਾਂ ਵਿੱਚ 15 ਤੋਂ 20 ਕੇਸ ਜਿਹੜੇ ਸਾਡੇ ਧਿਆਨ 'ਚ ਆਏ ਆ। ਉਹਨਾਂ ਵਿੱਚੋਂ ਕੁਝ ਮੈਂਬਰ ਅੱਜ ਹੋਣਗੇ ਜਿਹੜੇ ਸ਼ਹਿਰ ਨਾਲ ਸੰਬੰਧਿਤ ਹੈ, ਉਹਨਾਂ 'ਚੋਂ ਕੁਝ ਪਹੁੰਚੇ ਵੀ ਹੋਏ ਆ, ਮੈਂ ਤੁਹਾਨੂੰ ਮਿਲਾ ਵੀ ਦਿਆਂਗਾ ਉਹਨਾਂ ਨਾਲ। ਕੁਝ ਅਜੇ ਆ ਰਹੇ ਆ। ਸੋ ਪੂਰੇ ਪੰਜਾਬ 'ਚ ਮੈਨੂੰ ਇਹ ਲੱਗਦਾ ਕਿ 15 ਤੋਂ 20 ਹਜ਼ਾਰ ਐਸੇ ਕੇਸ ਹੈ। ਔਰ ਉਹਨਾਂ 15-20 ਹਜ਼ਾਰ ਨੌਜਵਾਨਾਂ ਦੇ 20-30 40-40 ਲੱਖ ਦੀ ਜੇ ਆਪਾਂ ਗੱਲ ਕਰੀਏ ਤੇ ਪਤਾ ਨਹੀਂ ਕਿੰਨੇ ਅਰਬ ਰੁਪਈਆ ਅੱਜ ਕੈਨੇਡਾ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਨੌਜਵਾਨਾਂ ਦੇ ਘਰਾਂ ਵਿੱਚੋਂ ਕਰਜ਼ਾ ਚੁੱਕ ਕੇ, ਮਕਾਨ ਵੇਚ ਕੇ, ਕਰਜ਼ੇ ਲੈ ਕੇ ਲੱਗ ਚੁੱਕਾ। ਔਰ ਉਹ ਕੋਈ ਐਗਰੀਮੈਂਟ ਜਾਂ ਕੋਈ ਸਮਝੌਤਾ ਨਹੀਂ ਸੀ। ਸਮਾਜਿਕ ਤੌਰ ਤੇ ਵਿਆਹ ਹੋਇਆ, ਵਿਆਹ ਤੋਂ ਬਾਅਦ ਉਹਨਾਂ ਆਪਣੀ ਨੂੰਹ ਤੇ ਆਪਣੇ ਪੁੱਤ ਦੇ ਚੰਗੇ ਭਵਿੱਖ ਦੇ ਵਾਸਤੇ ਪੈਸੇ ਲਾਏ ਆ ਤੇ ਨੂੰਹ ਦੇ ਜੇ ਹੱਕ ਬਣਦੇ, ਨੂੰਹ ਦੇ ਫਰਜ਼ ਵੀ ਬਣਦੇ ਆ। ਜੇ ਇੱਕ ਪਰਿਵਾਰ ਦਾ 20-25-30-40 ਲੱਖ ਰੁਪਇਆ ਉਹ ਲੈ ਕੇ ਕੈਨੇਡਾ ਦੀ ਉਸ ਧਰਤੀ ਤੇ ਬੈਠੀ ਜਿੱਥੇ ਜਾਣਾ ਕਿਸੇ ਵੀ ਇਨਸਾਨ ਦਾ ਸੁਪਨਾ ਹੁੰਦਾ, ਜੇ ਇਹ ਲਵਪ੍ਰੀਤ ਲਾਡੀ ਦਾ ਪਰਿਵਾਰ ਉਹਦੇ ਪਿੱਛੇ 28 ਲੱਖ ਰੁਪਇਆ ਨਾ ਲਾਉਂਦਾ ਤੇ ਕੀ ਅੱਜ ਬੇਅੰਤ ਕੌਰ ਕੈਨੇਡਾ ਬੈਠੀ ਹੁੰਦੀ ਜਾਂ ਕੋਈ ਨਵਾਂ ਸ਼ਿਕਾਰ ਲੱਭਦੀ? ਸੋ ਬੇਅੰਤ ਕੌਰ ਨੇ ਉਹਦੇ ਪਰਿਵਾਰ ਨਾਲ ਧੱਕਾ ਕੀਤਾ, ਦਗਾ ਕੀਤਾ ਔਰ ਉਹਨੂੰ ਇਹ ਸਜ਼ਾ ਮਿਲਣੀ ਚਾਹੀਦੀ ਆ। ਔਰ ਇਸ ਕਾਂਡ ਵਿੱਚ ਜਿੰਨੇ ਵੀ ਦੋਸ਼ੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪੁਲਿਸ ਆਪਣੀ ਇਨਕੁਆਇਰੀ ਛੇਤੀ ਕਰੇ ਕਿਉਂਕਿ ਇਨਕੁਆਇਰੀ ਜਿੰਨੀ ਲੇਟ ਹੋ ਰਹੀ ਹੈ ਲੋਕਾਂ 'ਚ ਇਸ ਚੀਜ਼ ਦੀ ਨਿਰਾਸ਼ਾ ਪਾਈ ਜਾ ਰਹੀ ਹੈ। ਲਵਪ੍ਰੀਤ ਦੇ ਪਰਿਵਾਰ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ। ਮਾਪਿਆਂ ਦਾ ਇਕੱਲਾ ਪੁੱਤ, 2 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਸ ਦਾਦੀ ਦਾ ਇਕਲੌਤਾ ਪੋਤਾ ਸੀਗਾ। ਅੱਜ ਉਹ ਆਪਣੇ ਬੱਚੇ ਨੂੰ ਗਵਾ ਬੈਠੇ ਆ। ਘਰੋਂ ਪੈਸਾ ਵੀ ਗਿਆ, ਜ਼ਮੀਨ ਵੀ ਗਹਿਣੇ ਪੈ ਗਈ ਤੇ ਬੱਚਾ ਵੀ ਚਲਾ ਗਿਆ। ਉਹ ਪੁੱਤ ਤੇ ਮੁੜ ਕੇ ਨਹੀਂ ਆਉਣਾ। ਪਰ ਲਵਪ੍ਰੀਤ ਦੇ ਪਰਿਵਾਰ ਨੇ ਜਿਹੜਾ ਤਹਈਆ ਕੀਤਾ, ਅਹਿਦ ਲਿਆ ਕਿ ਪੰਜਾਬ ਦੇ ਹਜ਼ਾਰਾਂ ਨੌਜਵਾਨ ਜਿਹੜੇ ਲਵਪ੍ਰੀਤ ਵਰਗੇ ਹੀ ਉਹਨਾਂ ਦੇ ਬੱਚੇ ਆ, ਉਹਨਾਂ ਨੂੰ ਨਹੀਂ ਮਰਨ ਦਿਆਂਗੇ। ਤੇ ਸਾਡੀ ਜਥੇਬੰਦੀ ਦੀ ਵੀ ਇਹ ਕੋਸ਼ਿਸ਼ ਹੈ ਕਿਉਂਕਿ ਸਾਡੀ ਲੜਾਈ ਕਿਸੇ ਔਰਤ ਵਰਗ ਦੇ ਖਿਲਾਫ ਨਹੀਂ। ਆ ਪਿੱਛੇ ਖੜੀਆਂ ਬੀਬੀਆਂ ਭੈਣਾਂ ਇਹ ਵੀ ਸਮਾਜ ਵਿੱਚੋਂ ਹੀ ਆ। ਸੋ ਸਾਡੀ ਤਾਂ ਲੜਾਈ ਗਲਤ ਬੰਦੇ ਦੇ ਖਿਲਾਫ ਹੈ। ਔਰ ਸਾਡੇ ਇਸ ਮੂਵਮੈਂਟ ਨੂੰ ਲੈ ਕੇ ਜਿਹੜੇ ਇਹ ਸਵਾਲ ਕਰਦੇ ਆ ਕਿ ਲਓ ਜੀ ਬਹੁਤ ਸਾਰੇ ਮੁੰਡੇ ਵੀ NRI ਆਉਂਦੇ, ਵਿਆਹ ਕਰਕੇ ਚਲੇ ਜਾਂਦੇ, ਨਹੀਂ ਲੈ ਕੇ ਜਾਂਦੇ, ਤੇ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾਂ ਨੂੰ ਬਚਾਉਣ ਦੀ ਕੌਣ ਗੱਲ ਕਰਦਾ? ਜਿਹੜਾ ਵੀ ਦੋਸ਼ੀ ਹੈ ਜੈਂਡਰ ਤੋਂ ਉੱਪਰ ਉੱਠ ਕੇ ਔਰਤ ਜਾਂ ਆਦਮੀ, ਉਹਨੂੰ ਸਜ਼ਾ ਹੋਣੀ ਚਾਹੀਦੀ ਹੈ। ਅੱਜ ਹੋ ਕੇ ਗਿਆ ਸਮਾਜ ਦੇ ਵਿੱਚ ਸਾਡਾ ਨਿਆਇਕ ਸਿਸਟਮ ਜਾਂ ਸਾਡਾ ਜਿਹੜਾ ਇੱਕ ਤਰਫਾ ਨਿਜ਼ਾਮ ਹੈ। ਬੜੀ ਚੰਗੀ ਗੱਲ ਕੀਤੀ ਤੁਸੀਂ ਵੀ ਜੈਂਡਰ ਤੋਂ ਉੱਪਰ ਉੱਠ ਕੇ, ਕਿਉਂਕਿ ਅਗਲਾ ਸਵਾਲ ਮੈਂ ਇਹੀ ਕਰਨ ਵਾਲਾ ਸੀਗਾ ਕਿ ਸਿਰਫ ਕੁੜੀਆਂ ਆ ਜਿਨ੍ਹਾਂ ਦਾ ਮੁੱਦਾ ਹੁਣ ਉੱਠਣਾ ਸ਼ੁਰੂ ਹੋ ਗਿਆ। ਮੁੰਡੇ ਕਾਫੀ ਤੌਰ ਤੋਂ ਕਾਫੀ ਚਿਰ ਤੋਂ ਇਹ ਸੁਣਨ 'ਚ ਆਉਂਦਾ ਆ, ਲਗਭਗ 90 ਦੇ ਦਸ਼ਕ ਤੋਂ ਅਸੀਂ ਕਹਿ ਲਈਏ, 1999 ਤੋਂ ਬਾਅਦ ਜਾਂ 1990 ਤੋਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਮੁੰਡਾ ਇੰਗਲੈਂਡ ਤੋਂ ਆਇਆ, ਮੁੰਡਾ ਆਸਟ੍ਰੇਲੀਆ ਤੋਂ ਆਇਆ, ਕੈਨੇਡਾ ਤੋਂ ਆਇਆ, ਵਿਆਹ ਕਰਾ ਕੇ ਵਾਪਸ ਪਰਤ ਗਿਆ, ਦੁਬਾਰਾ ਕੁੜੀ ਵੱਲ ਵੇਖਿਆ ਵੀ ਨਹੀਂ ਜਾਂ ਉਸਦੇ ਪਰਿਵਾਰ ਨਾਲ ਮਿਲਿਆ ਵੀ ਨਹੀਂ। ਸੋ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜੇਕਰ ਕੁੜੀਆਂ ਤੋਂ ਇਲਾਵਾ ਮੁੰਡਿਆਂ ਦੀ ਵੀ ਇੱਦਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਸਜ਼ਾ ਦੇ ਤੌਰ ਤੇ ਡਿਪੋਰਟ ਕਰਨਾ ਹੀ ਠੀਕ ਹੈ? ਮੁਆਵਜ਼ਾ ਨਹੀਂ ਮਿਲਣਾ ਚਾਹੀਦਾ? ਡਿਪੋਰਟ ਵੀ ਹੋਣੇ ਚਾਹੀਦੇ ਆ।
ਜੋ ਲੜਕੀ ਜਾਂ ਲੜਕੇ ਦੇ ਪਰਿਵਾਰ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਵੀ ਮਿਲਣਾ ਚਾਹੀਦਾ। ਕਾਨੂੰਨੀ ਤੌਰ ਤੇ ਜਿਹੜੀ ਬਣਦੀ ਸਜ਼ਾ, ਚਾਹੇ ਮੁੰਡੇ ਦਾ ਪਰਿਵਾਰ ਹੈ ਚਾਹੇ ਕੁੜੀ ਦਾ ਪਰਿਵਾਰ ਹੈ, ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ। ਹੁਣ ਤੁਸੀਂ ਮੁੰਡਿਆਂ ਦੀ ਗੱਲ ਕੀਤੀ ਹੈ, ਜੇ ਉਹਨਾਂ ਵਿੱਚੋਂ ਕੁਝ ਮੁੰਡਿਆਂ ਨੇ, ਮੈਂ ਨਹੀਂ ਕਹਿੰਦਾ ਵੀ ਉਹਦੀ ਗਿਣਤੀ ਕਿੰਨੀ ਹੋ ਸਕਦੀ, ਜਿਨ੍ਹਾਂ ਮੁੰਡਿਆਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਸਜ਼ਾਵਾਂ ਹੋਈਆਂ, ਉਹਨਾਂ ਤੇ ਪਰਚੇ ਦਰਜ ਹੋਏ ਆ, ਉਹਨਾਂ ਤੇ ਕਾਨੂੰਨੀ ਕਾਰਵਾਈ ਹੋਈ। ਬਹੁਤ ਸਾਰੇ ਐਸੇ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਜ਼ਬਤ ਹੋਈਆਂ, ਔਰ ਉਹਦਾ ਮੈਂ ਤੁਹਾਨੂੰ ਰਿਕਾਰਡ ਦੇ ਸਕਦਾ ਵਾਂ। ਪੰਜਾਬ ਦੇ ਬਹੁਤ ਸਾਰੇ ਕੇਸ ਹੈ ਜਿੱਥੇ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰ ਲਈਆਂ ਗਈਆਂ। ਹੁਣ ਸਵਾਲ ਇੱਥੇ ਆਉਂਦਾ ਕਿ ਸਾਡੇ ਇੱਕ ਤਰਫਾ ਨਿਜ਼ਾਮ 'ਚ ਔਰਤ ਦੀ ਪਰਿਭਾਸ਼ਾ ਹੀ ਅਲੱਗ ਬਣਾ ਦਿੱਤੀ ਗਈ। ਅੱਜ ਬਹੂ ਸਿਰਫ ਔਰਤ ਹੈ, ਨਨਾਣ ਜਾਂ ਸੱਸ, ਮੁੰਡੇ ਦੀ ਮਾਂ, ਉਹਦੀ ਭੈਣ, ਉਹਦੀ ਚਾਚੀ, ਦਾਦੀ, ਤਾਈ, ਨਾਨੀ, ਮਾਸੀ, ਇਹਨੂੰ ਔਰਤਾਂ ਨਹੀਂ ਸਮਝਿਆ ਜਾ ਰਿਹਾ। ਬਹੂ ਜੋ ਕਹਿ ਰਹੀ ਹੈ, ਅੱਜ ਮਹਿਲਾ ਥਾਣੇ 'ਚ ਬਣੇ ਆ, ਤੇ ਮੇਰਾ ਇਹ ਮੰਨਣਾ ਮਹਿਲਾ ਥਾਣੇ ਨਾਮ ਦੇ ਮਹਿਲਾ ਥਾਣੇ ਆ, ਸਿਰਫ ਬਹੂ ਥਾਣੇ ਆ। ਦੱਸੋ ਕਿਹੜੇ ਸੱਸ ਜਾਂ ਨਨਾਣ ਦੀ ਕੰਪਲੇਂਟ ਕੰਸੀਡਰ ਕਰਦੇ ਹੋ? ਮਹਿਲਾ ਕਮਿਸ਼ਨ ਬਣੇ ਆ ਇਸ ਦੇਸ਼ ਦੇ ਵਿੱਚ, ਔਰਤਾਂ ਵਾਸਤੇ ਕਮਿਸ਼ਨ, ਰਾਸ਼ਟਰੀ ਪੱਧਰ ਤੋਂ ਲੈ ਕੇ ਸਟੇਟ ਲੈਵਲ ਤੱਕ, ਥੱਲੜੇ ਪੱਧਰ ਤੱਕ, ਜ਼ਿਲ੍ਹਾ ਲੈਵਲ ਦੇ ਉੱਤੇ ਕਮੇਟੀਆਂ ਬਣੀਆਂ। ਉਸ ਤੋਂ ਬਾਅਦ ਬੱਚਿਆਂ ਵਾਸਤੇ ਕਮਿਸ਼ਨ, ਉਸ ਤੋਂ ਬਾਅਦ ਐਨਵਾਇਰਨਮੈਂਟ ਵਾਸਤੇ ਕਮਿਸ਼ਨ, ਇੱਥੋਂ ਤੱਕ ਕਿ ਜਾਨਵਰਾਂ ਦੀ ਸੁਰੱਖਿਆ ਤੇ ਭਲਾਈ ਵਾਸਤੇ ਵੀ ਕਮਿਸ਼ਨ ਬਣਿਆ। ਪਰ ਆਦਮੀ, ਮਰਦ, ਮੈਨ, ਜਿਹੜਾ ਸਮਾਜ ਦਾ ਰਾਖਾ, ਜਿਹੜਾ ਸਮਾਜ ਦੀ ਸਿਰਜਣਾ ਕਰਨ ਵਾਲਾ, ਔਰ ਜਿਹੜਾ ਸਮਾਜ ਨੂੰ ਚਲਾਉਣ ਵਾਲਾ, ਦੇਸ਼ ਨੂੰ ਆਜ਼ਾਦ ਕਰਾਉਣ ਵਾਲਾ, ਔਰ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਲੱਖਾਂ ਕੁਰਬਾਨੀਆਂ ਦੇਣ ਵਾਲਾ ਆਦਮੀ, ਉਹਦੀ ਭਲਾਈ ਵਾਸਤੇ ਕੋਈ ਕਮਿਸ਼ਨ ਨਹੀਂ। ਕਿ ਆਦਮੀ ਨਾਲ ਟੌਰਚਰ ਨਹੀਂ ਹੁੰਦਾ? ਕਿ ਆਦਮੀ ਨਾਲ ਦੁਰਵਿਵਹਾਰ ਨਹੀਂ ਹੁੰਦਾ? ਕਿ ਆਦਮੀ ਦੇ ਇਮੋਸ਼ਨ ਨਹੀਂ, ਆਦਮੀ ਦੇ ਕੋਈ ਸੁਪਨੇ ਨਹੀਂ, ਆਦਮੀ ਦੇ ਅੰਦਰ ਦਿਲ ਨਹੀਂ, ਜਾਂ ਆਦਮੀ ਰੋਂਦਾ ਨਹੀਂ? ਫਰਕ ਸਿਰਫ ਇੰਨਾ ਕਿ ਕਿਸੇ ਵੀ ਝੂਠੀ ਔਰਤ ਦੇ ਜਿਹੜੇ ਬਾਹਰ ਵਗਦੇ ਅਥਰੂ ਤੇ ਲੋਕਾਂ ਨੂੰ ਨਜ਼ਰ ਆ ਜਾਂਦੇ ਆ, ਪਰ ਆਦਮੀ ਜਿਹੜਾ ਅੰਦਰ ਅੰਦਰ ਹੁੰਦਾ ਰਹਿੰਦਾ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਉਹਦਾ ਸਿੱਟਾ NCRB ਦੇਸ਼ ਦੀ ਸਭ ਤੋਂ ਵੱਡੀ ਏਜੰਸੀ, ਜਿਹੜੀ ਨੈਸ਼ਨਲ ਕ੍ਰਾਈਮ ਰਿਪੋਰਟ ਬਿਊਰੋ ਗਵਰਨਮੈਂਟ ਆਫ ਇੰਡੀਆ, 94,000 ਮੁੰਡੇ ਜਿਹੜੇ ਵਿਆਹੇ ਹੋਏ, ਹਰ 7 ਮਿੰਟ ਬਾਅਦ ਇੱਕ ਮੁੰਡਾ ਸੁਸਾਈਡ ਕਰ ਰਿਹਾ। 94,000 ਖੁਦਕੁਸ਼ੀਆਂ ਵਿਆਹੇ ਮੁੰਡਿਆਂ ਦੀਆਂ ਦੇਸ਼ ਵਿੱਚ ਹਰ ਸਾਲ ਹੋ ਰਹੀਆਂ। ਦੂਜੇ ਪਾਸੇ ਕੁੜੀਆਂ ਦੀ ਸੁਸਾਈਡ ਦੀ ਰੇਸ਼ੋ 34,000 ਹੈ। ਲੋਕੀ ਕਹਿ ਦਿੰਦੇ ਆ ਵੀ ਆਏ ਦਿਨ ਕੁੜੀਆਂ ਦਾਜ ਲਈ ਸਾੜੀਆਂ ਜਾਂਦੀਆਂ। ਇਹ ਵੀਡੀਓ ਮੇਰਾ ਜਿੰਨਾ ਤੱਕ ਪਹੁੰਚੇਗਾ ਉਹ ਆਪਣੇ ਆਲੇ ਦੁਆਲੇ ਦੇ 50 ਪਿੰਡਾਂ 'ਚ ਝਾਤੀ ਮਾਰ ਲੈਣ, ਪਿਛਲੇ 10 ਸਾਲਾਂ ਹੀ ਦੱਸ ਦੇਣ ਕਿ ਕਿੰਨੀਆਂ ਕੁੜੀਆਂ ਦਾਜ ਲਈ ਸਾੜੀਆਂ ਗਈਆਂ। ਤੁਸੀਂ 40 ਸਾਲ ਪੁਰਾਣੀ ਗੱਲ ਨੂੰ ਅੱਜ ਦੇ ਲੋਕਾਂ ਦੇ ਥੋਪ ਰਹੇ ਹੋ। ਇਹ ਤਾਂ ਉਹੀ ਗੱਲ ਹੋ ਗਈ ਵੀ ਇੱਕ ਮੇਮਣਾ ਪਾਣੀ ਪੀ ਰਿਹਾ ਤੇ ਭੇੜੀਆ ਨੂੰ ਕਹਿ ਰਿਹਾ ਵੀ ਤੂੰ ਪਾਣੀ ਗੰਦਾ ਕਰ ਰਿਹਾ। ਉਹ ਕਹਿੰਦਾ ਨਹੀਂ, ਪਾਣੀ ਉਚਾਈ ਤੋਂ ਆ ਰਿਹਾ। ਕਹਿੰਦਾ ਤੂੰ ਗਾਲਾਂ ਕੱਢੀਆਂ, ਤੂੰ ਨਹੀਂ ਤੇ ਤੇਰੇ ਬਾਪ ਦਾਦੇ ਨੇ ਕੱਢੀਆਂ ਹੋਣਗੀਆਂ। ਇਹ ਗੱਲ ਗਲਤ ਹੈ ਕਿ ਪਹਿਲਾਂ ਜੇ ਅੱਜ ਤੋਂ 2 ਦਹਾਕੇ ਪਹਿਲਾਂ ਕੋਈ ਮੁੰਡੇ ਇਦਾਂ ਦੀ ਮਾੜਾ ਕਰਮ ਕਰਦੇ ਸੀ, ਵਿਆਹ ਕਰਕੇ ਛੱਡ ਜਾਂਦੇ ਸੀ, ਤੇ ਉਹਦੀ ਸਜ਼ਾ ਅੱਜ ਦੇ ਬੱਚਿਆਂ ਨੂੰ ਦਿੱਤੀ ਜਾਵੇ। ਇਹ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ, ਗਲਤ ਹੈ। ਚਿੱਕੜ ਨੂੰ ਚਿੱਕੜ ਨਾਲ ਨਹੀਂ ਧੋ ਸਕਦੇ। ਜਿਹੜਾ ਵੀ ਗਲਤ ਉਹਨੂੰ ਸਜ਼ਾ ਮਿਲਣੀ ਚਾਹੀਦੀ, ਔਰਤ ਹੋਵੇ ਜਾਂ ਮਰਦ। ਕਾਨੂੰਨ ਨੂੰ ਤੁਸੀਂ ਇੱਕ ਤਰਫਾ ਨਾ ਕਰੋ, ਕਾਨੂੰਨ ਨੂੰ ਤੁਸੀਂ ਇਨਸਾਨ ਵਾਸਤੇ ਰੱਖੋ, ਔਰਤ ਜਾਂ ਮਰਦ ਵਾਸਤੇ ਨਹੀਂ। ਜੇ ਕ੍ਰਾਈਮ ਔਰਤ ਕਰਦੀ ਉਹਨੂੰ ਕਿਉਂ ਨਾ ਸਜ਼ਾ ਹੋਵੇ? ਸੋ ਸਾਡਾ ਇਹ ਮੰਨਣਾ, ਸਾਡੀ ਜਥੇਬੰਦੀ ਨੇ ਇਹ ਤਹੀਆ ਕੀਤਾ। ਅਜੇ ਮੈਂਬਰ ਸਾਡੇ ਹੋਰ ਵੀ ਆ ਰਹੇ ਆ ਕਿ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਜਿੱਥੇ ਲੋਕਾਂ ਨੂੰ ਜਗਾਵਾਂਗੇ ਤੇ ਜਲਦੀ ਹੀ ਲਵਪ੍ਰੀਤ ਦੇ ਪਰਿਵਾਰ ਨੂੰ ਅਸੀਂ ਇੱਥੇ ਲਿਆਵਾਂਗੇ ਔਰ ਮੀਡੀਆ ਦੇ ਵਿੱਚ ਪੂਰੀ ਗੱਲ ਰੱਖਾਂਗੇ। ਕਿਉਂਕਿ ਨਿੱਜੀ ਤੌਰ ਤੇ ਮੈਂ ਨਹੀਂ ਚਾਹੁੰਦਾ ਕਿਸੇ ਵੀ ਪਰਿਵਾਰ ਨਾਲ ਧੱਕਾ ਨਾ ਹੋਵੇ। ਜੇ ਬੇਅੰਤ ਕੌਰ ਦੇ ਪਰਿਵਾਰ ਦਾ ਕੋਈ ਮੈਂਬਰ ਨਿਰਦੋਸ਼ ਹੈ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ, ਪਰ ਜਿਹੜੇ ਦੋਸ਼ੀ ਆ ਉਹ ਬਖਸ਼ੇ ਨਹੀਂ ਜਾਣੇ ਚਾਹੀਦੇ। ਕੱਲੀ 400 ਵੀ ਬੇਅੰਤ ਕੌਰ ਤੇ ਲੱਗ ਜਾਣੀ ਕਿ ਬੇਅੰਤ ਕੌਰ ਨੇ ਕੱਲਿਆਂ ਵਿਆਹ ਕੀਤਾ? ਪੂਰੇ ਪਰਿਵਾਰ ਨੂੰ ਪਤਾ ਜਿਹੜਾ ਇਹਦੀ ਸਾਜ਼ਿਸ਼ ਸ਼ਾਮਲ ਹੈ। ਕਿਉਂਕਿ ਰੋਜ਼ ਆਪਣੀ ਮਾਤਾ ਨਾਲ ਗੱਲ ਕਰਦੀ, ਕਾਲ ਡਿਟੇਲ ਕਢਾ ਲਓ ਕਿ ਆਪਣੀ ਮਾਤਾ ਨਾਲ ਰੋਜ਼ 1 ਘੰਟਾ 2 ਘੰਟੇ ਗੱਲਾਂ ਕਰ ਸਕਦੀ, ਪਰ ਸੱਸ ਵਾਸਤੇ ਟਾਈਮ ਨਹੀਂ, ਪਤੀ ਪਰਮੇਸ਼ਰ ਵਾਸਤੇ ਟਾਈਮ ਨਹੀਂ। ਸੋ ਜਿਹੜੀ ਉਹਦੀ ਚੈਟ ਹੈ ਆਪਣੇ ਆਪ 'ਚ ਦੁਹਾਈ ਦੇ ਰਹੀ ਹੈ ਕਿ ਉਹ ਜਿਹੜਾ ਲੜਕਾ ਸੀ, ਮਾਸੂਮ ਬੱਚਾ, ਜਿਹੜਾ ਬਹੁਤ ਦੁਖੀ ਹੋ ਕੇ ਉਹਦੀ ਮਾਨਸਿਕ ਅਵਸਥਾ ਐਸੀ ਬਣ ਗਈ ਕਿ ਜ਼ਿੰਦਗੀ ਨਾਲ ਉਹਨੂੰ ਮੌਤ ਸੌਖੀ ਲੱਗੀ ਹੈ। ਤੇ ਅਸੀਂ ਉਹਨਾਂ ਹਜ਼ਾਰਾਂ ਲਵਪ੍ਰੀਤਾਂ ਨੂੰ ਬਚਾਉਣ ਦੇ ਵਾਸਤੇ ਇਹ ਸੰਘਰਸ਼ ਆਰੰਭਿਆ। ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਨੂੰ ਵੀ ਬੇਨਤੀ ਕਰਾਂਗੇ, ਤੁਸੀਂ ਬਹੁਤ ਅੱਛੇ ਕੰਮ ਕਰ ਰਹੇ ਹੋ, ਤੁਸੀਂ ਐਫਰਟ ਕਰ ਰਹੇ ਹੋ। ਬੇਸ਼ੱਕ ਸਿਸਟਮ ਬੜਾ ਅਲੱਗ ਬਣਿਆ ਪਰ ਤੁਸੀਂ ਆਪਣੇ ਯਤਨ ਕਰ ਰਹੇ ਹੋ। ਸੋ ਤੁਹਾਨੂੰ ਵੀ ਬੇਨਤੀ ਹੈ ਕਿ ਮੁੰਡਿਆਂ ਦੇ ਪਰਿਵਾਰਾਂ 'ਚ ਉਹਨਾਂ ਦੀਆਂ ਮਾਵਾਂ, ਉਹਨਾਂ ਦੀਆਂ ਭੈਣਾਂ ਤੇ ਹੋਰ ਜਿਹੜੀਆਂ ਮਹਿਲਾਵਾਂ, ਉਹਨਾਂ ਨੂੰ ਔਰਤ ਸਮਝੋ ਤੇ ਮਹਿਲਾ ਕਮਿਸ਼ਨ ਦੇ ਵਿੱਚ ਉਹਨਾਂ ਦੀ ਸੁਣਵਾਈ ਕਰੋ। ਤੇ ਮੇਰਾ ਖਿਆਲ ਹੈ ਜੇ ਤੁਸੀਂ ਕੋਈ ਨਿਆਂ ਵਾਲੀ ਗੱਲ ਕਰੋਗੇ ਤੇ ਰਹਿੰਦੀ ਦੁਨੀਆ ਤੱਕ ਤੁਹਾਡਾ ਵੀ ਨਾਂ ਜਿਹੜਾ ਹੋਏਗਾ ਜੀ। ਸੋ ਬਹੁਤ ਹੀ ਪਾਵਰਫੁਲ ਗੱਲਾਂ ਕੀਤੀਆਂ। ਨਾਲੋਂ ਨਾਲ ਇੱਥੇ ਕੋਸ਼ਿਸ਼ ਕਰਦੇ ਹਾਂ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ। ਇਹ ਉਹ ਲੋਕ ਨੇ ਜਿਹੜੇ ਇਸ ਤਰੀਕੇ ਦੇ ਕੇਸਿਸ ਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਨੇ, ਜੁੜੇ ਹੋਏ ਨੇ, ਜਿਹੜੇ ਪੀੜਤ ਲੋਕ ਨੇ। ਜਿਸ ਤਰੀਕੇ ਦੇ ਨਾਲ ਲਵਪ੍ਰੀਤ ਇੱਕ ਪੀੜਤ ਸੀਗਾ, ਉਸੇ ਤਰੀਕੇ ਦੇ ਨਾਲ ਇੱਥੇ ਹੋਰ ਲੋਕ ਵੀ ਨੇ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੀ ਮੈਮ, ਤੁਸੀਂ ਵੀ ਪੀੜਤ ਹੋ? ਹਾਂਜੀ। ਕਿਸ ਤਰੀਕੇ ਦੇ ਨਾਲ, ਕੀ ਬੇਟਾ ਜਾਂ ਬੇਟੀ ਦੇ ਨਾਲ ਤੁਹਾਡੇ ਨਾਲ ਧੱਕਾ ਹੋਇਆ? ਨੂੰਹ ਨੇ ਮਤਲਬ ਧੱਕਾ ਕੀਤਾ, 54 ਲੱਖ ਦਾ ਫਰਾਡ ਹੋਇਆ। 54 ਲੱਖ ਦਾ ਫਰਾਡ ਹੋਇਆ, ਕਿਸ ਤਰੀਕੇ ਦੇ ਨਾਲ? ਵਿਆਹ ਮਤਲਬ ਕੀਤਾ ਸੀ 2 ਸਾਲ ਪਹਿਲਾਂ, ਮੰਗੀ ਰੱਖੀ ਸੀਗੀ। ਉਸ ਤੋਂ ਬਾਅਦ ਮਤਲਬ ਪਹਿਲਾਂ ਵਿਆਹ ਤੋਂ ਪਹਿਲਾਂ ਵੀ ਆਈਲੈਟ ਕਰਾਈ, ਵਿਆਹ ਤੋਂ ਬਾਅਦ ਵੀ ਕਰਵਾਈ। ਪਰ ਜਿਹੜੇ ਉਹਦੇ ਮਤਲਬ ਸੰਬੰਧ ਸੀਗੇ, ਮਤਲਬ ਚਲਾਮੇ ਜਿਹੇ ਸੀਗੇ। ਇੱਕ ਦਿਖਾਵਾ ਸੀ, ਸਾਡੇ ਲਈ ਵਿਆਹ ਸੀ, ਉਹਦੇ ਲਈ ਠੱਗੀ ਸੀਗੀ। ਤੇ ਸਾਡੇ ਨਾਲ 54 ਲੱਖ ਦਾ ਫਰਾਡ ਹੋਇਆ। ਅੱਜ ਚੇਤਨਾ ਕਿਹੜੇ ਸੰਨ ਦੀ ਗੱਲ ਕਰ ਰਹੇ ਹੋ?
ਇਹ 17/8/2012 ਨੂੰ ਲੈਂਡ ਕਰ ਗਈ ਆ। 22/12/2010 ਨੂੰ ਮਤਲਬ ਮੈਰਿਜ ਹੋਈ ਆ, ਰੀਤੀ ਰਿਵਾਜਾਂ ਅਨੁਸਾਰ ਹੋਈ ਆ। 19/1/11 ਨੂੰ ਰਜਿਸਟਰਡ ਹੋਈ ਆ। ਮਤਲਬ 2008 ਤੋਂ ਇਹ ਗੱਲਬਾਤ ਚੱਲ ਰਹੀ ਸੀ, 2010 ਦੇ ਵਿੱਚ ਵਿਆਹ ਕੀਤਾ ਗਿਆ, 2012 ਦੇ ਵਿੱਚ ਕੁੜੀ ਨੂੰ ਬਾਹਰ ਭੇਜ ਦਿੱਤਾ ਗਿਆ। ਤੇ ਅੱਜ ਦੇ ਹਾਲਾਤ ਦੱਸੀਏ ਤੇ ਕੀ ਹੈ? ਅੱਜ ਦੇ ਹਾਲਾਤ ਆ, ਕੋਰਟ ਕੇਸ ਚੱਲ ਰਿਹਾ ਆ। ਉਹਦੇ ਵਿੱਚ ਜਿਹੜੀ ਚੇਤਨਾ ਭੱਟੀ ਤੇ ਮਤਲਬ ਦੀਪਕ ਭੱਟੀ ਉਹਦਾ ਭਰਾ ਆ, ਉਹ ਪੀਓ ਕਰਾਰ ਕਰ ਦਿੱਤੇ ਆ ਮਾਨਯੋਗ ਅਦਾਲਤ ਨੇ। ਤੇ ਜਿਹੜੇ ਉਹਦੇ ਮਦਰ ਫਾਦਰ ਆ, ਉਹਨਾਂ ਦੇ ਮਤਲਬ ਜਿਹੜੇ ਪਾਸਪੋਰਟ ਆ ਮੈਂ ਜ਼ਬਤ ਕਰਵਾਤੇ ਆ। ਤੇ ਬਾਕੀ ਮੇਰਾ ਅੱਗੇ ਕੇਸ ਚੱਲ ਰਿਹਾ ਆ। ਤੇ ਮਤਲਬ ਜੋ ਵੀ ਮਤਲਬ ਮਾਨਯੋਗ ਅਦਾਲਤ ਫੈਸਲਾ। ਸਾਡੇ ਨਾਲ ਜੇ ਗੱਲਬਾਤ ਦੀ ਕੋਸ਼ਿਸ਼ ਕਰੀਏ, ਮਤਲਬ ਜਾਂ ਰਾਬਤੇ ਦੀ ਗੱਲ ਕਰੀਏ, ਕਿੰਨਾ ਕੁ ਰਾਬਤਾ ਹੁੰਦਾ ਹੈ ਜਾਂ ਕਿੰਨੀ ਕੁ ਗੱਲਬਾਤ ਹੁੰਦੀ ਹੈ ਹੁਣ ਲੜਕੀ ਦੀ? ਨਹੀਂ ਜੀ, ਸਾਡਾ ਰਾਬਤਾ ਮਤਲਬ ਜਿੰਨੀ ਦੇਰ ਪੈਸੇ ਲੈਣੇ ਸੀ ਉਨੀ ਦੇਰ ਰਾਬਤਾ ਰਿਹਾ, ਉਸ ਤੋਂ ਬਾਅਦ ਕੋਈ ਰਾਬਤਾ ਨਹੀਂ। ਕਦੋਂ ਤੋਂ ਸੰਪਰਕ ਕਦੋਂ ਤੋਂ ਟੁੱਟਿਆ ਹੋਇਆ? 2014 ਮਤਲਬ ਜਦੋਂ ਪੈਸੇ ਲੈ ਲਏ ਆ, ਉਸ ਤੋਂ ਬਾਅਦ ਇਹਨਾਂ ਨੇ ਸੰਪਰਕ ਜਿਹੜੇ ਤੋੜਤੇ ਆ। ਤਾਂ ਮੇਰੇ ਬੇਟੇ ਨੂੰ ਲਾਸਟ ਵਾਰੀ ਇਹ ਗੱਲ ਕਹੀ ਕਿ ਦੱਲਿਆ ਹੁਣ ਤੈਨੂੰ ਮਤਲਬ ਜਿਹੜੇ ਆ ਬਾਹਰ ਨਹੀਂ ਲੈ ਕੇ ਜਾਣਾ, ਤੇਰੇ ਪੈਸੇ ਜਿਹੜੇ ਆ ਮਰ ਗਏ ਆ। ਤੇ ਤੂੰ ਕਹਿੰਦੀ ਮੇਰੇ ਮਾਂ-ਬਾਪ ਤੇ ਮੇਰੇ ਮਾਮਿਆਂ ਨੂੰ ਨਹੀਂ ਜਾਣਦਾ, ਜਿਨ੍ਹਾਂ ਨੇ ਕੋਟ ਸਦੀਕ ਦਾ ਮੁੰਡਾ ਕਹਿੰਦੀ ਮਾਰ ਕੇ ਮੇਰਾ ਮਾਸੜ ਤੇ ਉਹਦਾ ਪਤਾ ਨਹੀਂ ਲੱਗਣ ਦਿੱਤਾ, ਇੱਦਾਂ ਤੇਰਾ ਪਤਾ ਨਹੀਂ ਲੱਗਣ ਦਿੱਤਾ। ਮੈਂ ਆਸਟ੍ਰੇਲੀਆ ਸੀਗੀ, ਆਸਟ੍ਰੇਲੀਆ ਤੋਂ ਮੈਂ ਆ ਕੇ ਫਿਰ ਇਹਨਾਂ ਨਾਲ ਗੱਲਬਾਤ ਕਰਨੀ ਚਾਹੀ। ਤੇ ਜਦੋਂ ਮੈਂ ਇਹਨਾਂ ਨਾਲ ਗੱਲਬਾਤ ਕੀਤੀ, ਕਹਿੰਦੇ ਤੁਸੀਂ ਕੌਣ? ਮਤਲਬ ਅਸੀਂ ਤੁਹਾਨੂੰ ਜਾਣਦੇ ਹੀ ਨਹੀਂ। ਮੈਂ ਕਿਹਾ ਤੁਸੀਂ ਨਹੀਂ ਜਾਣਦੇ, ਮੈਂ ਤਾਂ ਤੁਹਾਨੂੰ ਜਾਣਦੀ ਹਾਂ, ਮੈਂ ਇੰਨਾ ਪੈਸਾ ਲਾਇਆ ਤੇ ਮੈਂ ਤੁਹਾਨੂੰ ਜਾਣਦੀ ਹਾਂ, ਮੇਰੇ ਨਾਲ ਆ ਕੇ ਗੱਲ ਕਰੋ। ਕਹਿੰਦੇ ਅਸੀਂ ਗੱਲ ਨਹੀਂ ਕਰਨੀ। ਫਿਰ ਮੈਂ ਐਪਲੀਕੇਸ਼ਨ ਦਿੱਤੀ ਤੇ ਐਪਲੀਕੇਸ਼ਨ ਜਿਹੜੀ ਆ ਮੇਰੀ ਇਹ ਅਪਰੋਚ ਦੇ ਨਾਲ ਜਿਹੜੀ ਇਹਨਾਂ ਨੇ ਬੰਦ ਕਰਵਾਤੀ। ਦੁਬਾਰਾ ਮੈਂ ਫਿਰ 10/8/2015 ਨੂੰ ਦਿੱਤੀ ਨਿਰਪੱਖ ਤੌਰ ਤੇ ਜਾਂਚ ਲਈ। ਤੇ ਮੇਰਾ ਜਿਹੜਾ ਆ 39 FIR ਨੰਬਰ ਆ। ਤੇ ਜਿਹੜਾ 13/4/2016 ਨੂੰ ਮੇਰਾ ਪਰਚਾ ਹੋ ਗਿਆ। ਤੇ ਜਿਹੜਾ ਮਾਮਾ ਸੀ ਉਹ ਅਪਰੋਚ ਨਾਲ ਨਿਕਲ ਗਿਆ, ਜਿਹਦੇ ਵਿੱਚ ਮੁਲਜ਼ਮ ਇਸ ਟਾਈਮ ਚੇਤਨਾ ਭੱਟੀ, ਸਰਵਨਾਮ ਹਰਜਿੰਦਰ ਕੌਰ, ਦੀਪਕ ਭੱਟੀ। ਇਹ ਜਿਹੜੇ ਆ। ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ? ਮੈਂ ਹੁਸ਼ਿਆਰਪੁਰ ਦੀ। ਹੁਸ਼ਿਆਰਪੁਰ ਦੇ ਰਹਿਣ ਵਾਲੇ ਹੋ। ਅੱਜ ਇੱਥੇ ਪਹੁੰਚੇ ਨੇ, ਹੋਰ ਵੀ ਇੱਥੇ ਲੋਕ ਨੇ ਜਿਹੜੇ ਇਸੇ ਤਰੀਕੇ ਦੇ ਨਾਲ ਪੀੜਤ ਨੇ। ਕੌਣ ਸਾਡੇ ਨਾਲ ਗੱਲਬਾਤ ਕਰਨ ਲਈ ਇਹ ਵੀ ਮੁੰਡੇ ਆਏ ਨੇ। ਗੱਲਬਾਤ ਕਰਦੇ ਆ ਕਿ ਕੀ ਨਾਮ ਹੈ ਭਾਜੀ ਤੁਹਾਡਾ? ਮੇਰਾ ਨਾਮ ਪਰਮਿੰਦਰਜੀਤ ਸਿੰਘ ਹੈ ਜੀ। ਕਿਸ ਤਰੀਕੇ ਨਾਲ ਪੀੜਤ ਹੋ ਤੁਸੀਂ? ਸਰ ਮੇਰੀ ਮੈਰਿਜ 2015 ਵਿੱਚ ਹੋਈ ਸੀ। ਮਕਸੂਦਾਂ ਦੀ ਕੁੜੀ ਹੈ ਜਲੰਧਰ ਦੀ, ਸ਼ਰਨਪ੍ਰੀਤ ਕੌਰ ਨਾਮ ਹੈ ਉਹਦਾ। 2017 ਦੇ ਵਿੱਚ ਇਹਨੂੰ ਮੈਂ ਭੇਜਿਆ ਕੈਨੇਡਾ। ਜਾ ਕੇ ਉੱਥੇ ਜਾ ਕੇ 4-5 ਮਹੀਨੇ ਬਾਅਦ ਹੀ ਇਹਨੇ ਮੈਨੂੰ ਬਲੋਕ ਮਾਰਤਾ। ਔਰ ਮੇਰਾ 13 ਲੱਖ ਰੁਪਇਆ ਟੋਟਲ ਖਰਚਾ ਆਇਆ, ਜੋ ਵੀ ਆਪਣਾ ਸਿਰਫ ਸਟੱਡੀ ਦਾ। ਬਾਕੀ ਅਜੇ ਮੈਂ ਮੈਰਿਜ ਦਾ ਜਿਹੜਾ ਖਰਚਾ ਪਾਇਆ 골ਡ ਦਾ, ਉਹ ਮੈਂ ਵਿੱਚ ਐਡ ਨਹੀਂ ਕੀਤਾ। ਸਿਰਫ 13 ਲੱਖ ਮੇਰਾ ਜਿਹੜਾ ਉਹਦਾ ਸਟੱਡੀ ਦਾ ਖਰਚਾ ਲਾਇਆ ਮੈਂ ਟੋਟਲੀ। ਕੰਟਰੈਕਚੁਅਲ ਓਨੈਸਟ ਤੌਰ ਤੇ ਦੱਸਿਓ, ਕੰਟਰੈਕਚੁਅਲ ਮੈਰਿਜ ਕੀਤੀ ਸੀਗੀ ਜਾਂ ਫਿਰ ਪੱਕੇ ਤੌਰ ਤੇ ਮੈਰਿਜ ਕੀਤੀ ਸੀ? ਭਾਜੀ ਮੇਰੀ ਲਵ ਮੈਰਿਜ ਹੋਈ ਸੀ। ਲਵ ਨੂੰ ਅਰੇਂਜ ਕੀਤਾ ਸੀ 2012 'ਚ ਅਸੀਂ ਮਿਲੇ ਸੀ। 2015 ਸੋਚਿਆ ਆਪਾਂ ਫਿਊਚਰ ਬਣਾ ਲਈ, ਆਪਾਂ ਇਕੱਠੇ ਹੋ ਜਾਈਏ ਹੁਣ, ਠੀਕ ਹੈ ਜੀ। 2015 ਤੋਂ ਬਾਅਦ ਆਪਣੀ ਗੱਲ ਆਪਾਂ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਅਸੀਂ ਕੋਰਟ ਮੈਰਿਜ ਕੀਤੀ, ਵਿਆਹ ਕੀਤਾ। ਉਸ ਤੋਂ ਬਾਅਦ ਅਸੀਂ ਸੋਚਿਆ ਕਿ ਚੱਲ ਇਹਨੇ ਮੈਨੂੰ ਕਿਹਾ ਕਿ ਮੈਂ ਕੈਨੇਡਾ ਜਾਣਾ ਚਾਹੁੰਦੀ ਹਾਂ, ਬਟ ਮੈਂ ਕਿਹਾ ਕਿ ਮੈਂ ਤੈਨੂੰ ਆਸਟ੍ਰੇਲੀਆ ਲੈ ਕੇ ਜਾਣਾ, ਕਿ ਮੇਰਾ ਭਰਾ ਆਸਟ੍ਰੇਲੀਆ ਹੈਗਾ, ਬ੍ਰਦਰ ਮੇਰਾ ਆਸਟ੍ਰੇਲੀਆ। ਇਹਨੇ ਕੁੜੀ ਨੇ ਜਿੱਦ ਕੀਤੀ ਨਹੀਂ ਮੈਂ ਆਪਾਂ ਕੈਨੇਡਾ ਜਾਣਾ, ਕੈਨੇਡਾ ਥੋੜੀ PR ਛੇਤੀ ਮਿਲ ਜਾਂਦਾ, ਆਪਾਂ ਕੈਨੇਡਾ ਚੱਲਦੇ। ਮੇਰਾ ਮਾਈਂਡ ਉਹਨੇ ਚੇਂਜ ਕਰਤਾ, ਸਾਰਾ ਕੁਝ ਚੇਂਜ ਹੋ ਗਿਆ। ਮੈਂ ਚੱਕ ਕੇ ਪੈਸਾ ਉਹਦੇ ਕੁੜੀ ਦਾ ਲਾਤਾ, ਸ਼ਰਨਪ੍ਰੀਤ ਕੌਰ ਦੇ ਨਾਲ ਲਾਤਾ। 2017 'ਚ 24 ਅਗਸਤ ਨੂੰ ਇਹਦੀ ਫਲੈਟ ਸੀ। ਜਾ ਕੇ ਜਾਂਦੇ ਇਹਨੇ ਕਾਲਜ ਚੇਂਜ ਕੀਤਾ ਆਪਣਾ। ਜਾ ਕੇ ਕਾਲਜ ਚੇਂਜ ਕਰਨ ਤੋਂ ਬਾਅਦ ਮੈਂ ਉਹਨੂੰ ਪੁੱਛਿਆ ਤੂੰ ਕਾਲਜ ਕਿਉਂ ਚੇਂਜ ਕੀਤਾ? ਕਹਿੰਦੀ ਮੇਰੀ ਆਪਣੀ ਪਰਸਨਲ ਲਾਈਫ ਹੈ ਤੇ ਮੈਂ ਇੱਥੇ ਆਪਣੀ ਮਰਜ਼ੀ ਕਰਨੀ ਹੈ ਤੇ ਤੂੰ ਵਿੱਚ ਇੰਟਰਫੇਅਰ ਨਾ ਕਰ, ਤੁਹਾਨੂੰ ਇੱਥੇ ਜ਼ਿਆਦਾ ਪਤਾ ਨਹੀਂ ਹੈਗਾ ਕਾਨੂੰਨ ਕੀ ਚੱਲਦੇ ਪਏ ਨਾ। ਫਿਰ ਮੈਂ ਗੱਲ ਕੀਤੀ, ਮੈਂ ਕਿਹਾ ਚਲੋ ਮਿੱਟੀ ਪਾਓ, ਚਲੋ ਕੀ ਪੰਗਾ, ਲੜਾਈ ਕੀ ਕਰਨੀ ਆਪਣਾ। ਫਿਰ ਪਿਆਰ ਨਾਲ ਗੱਲ ਕਰਨੀ ਸਟਾਰਟ ਕੀਤੀ। ਫਿਰ 3 ਕੁ ਮਹੀਨੇ ਬਾਅਦ ਇਹਨੇ ਆਪਣਾ ਰੰਗ ਅਸਲੀ ਦਿਖਾਉਣਾ ਸਟਾਰਟ ਕਰਤਾ। ਇਹਦੀ ਫੈਮਿਲੀ ਨੇ ਦਿਖਾਉਣਾ ਸਟਾਰਟ ਕਰਤਾ। ਇਹਦੀ ਫੈਮਿਲੀ ਨੇ ਮੈਨੂੰ ਕਹਿ ਦਿੱਤਾ ਪਹਿਲਾਂ ਕਿ ਤੂੰ ਸਾਡੇ ਘਰ ਨਹੀਂ ਆਉਣਾ, ਜੇ ਤੂੰ ਸਾਡੇ ਘਰ ਆਉਂਦਾ। ਮੈਨੂੰ ਕੁਝ ਫੋਟੋਆਂ ਭੇਜੀਆਂ ਉਹਨਾਂ ਨੇ ਕਿ ਤੇਰੇ ਤੇ ਆਪਾਂ ਆਹ ਪਰਚਾ ਕਰਾਵਾਂਗੇ, ਤੇਰੇ ਤੇ ਆਹ ਧਾਰਾ ਲਵਾਵਾਂਗੇ ਆਪਾਂ। ਮੈਂ ਇੱਥੇ ਇਕੱਲਾ ਸੀ, ਮੇਰੀ ਫੈਮਿਲੀ ਬਾਹਰ ਆਸਟ੍ਰੇਲੀਆ ਸੀ। ਉਸ ਤੋਂ ਬਾਅਦ ਕੁੜੀ ਨਾਲ ਜਦੋਂ ਮੈਂ ਗੱਲ ਕੀਤੀ ਕਿ ਆ ਤੇਰੀ ਫੈਮਿਲੀ ਦਾ, ਕਹਿੰਦੀ ਤੂੰ ਮੇਰੇ ਘਰ ਨਾ ਜਾਣਾ ਬੰਦ ਕਰ ਦੇ, ਘਰ ਨਾ ਜਾ ਮੇਰੇ। ਮੈਂ ਕਿਹਾ ਕਿਉਂ ਨਾ ਜਾਵਾਂ ਘਰ? ਕੇ ਵਿਆਹ ਜਦੋਂ ਮੈਂ ਤੈਨੂੰ ਵਿਆਹਣ ਗਿਆ ਸੀ ਉਦੋਂ ਵੀ ਮੈਂ ਤੇਰੇ ਘਰ ਗਿਆ ਸੀ, ਤੇਰੇ ਘਰ ਦੇ ਨਾਲ ਗਏ ਸੀ ਵਿਆਹ, ਤੈਨੂੰ ਮੈਂ ਭਜਾ ਕੇ ਲੈ ਕੇ ਨਹੀਂ ਆਇਆ ਹੈਗਾ। ਕਿੱਥੋਂ ਦੀ ਰਹਿਣ ਵਾਲੀ ਹੈ ਕੁੜੀ ਤੇ ਕਿੱਥੋਂ ਦੇ ਵਸਨੀਕ ਹੋ ਤੁਸੀਂ? ਭਾਜੀ ਮੈਂ ਜਲੰਧਰ ਦਾ ਰਹਿਣ ਵਾਲਾ ਵਾਂ। ਮੇਰਾ ਆਪਣਾ ਬਾਬੂ ਲਾਭ ਸਿੰਘ ਨਗਰ ਹੈਗਾ ਆਪਣਾ ਜਲੰਧਰ, ਗੁਲਾਬ ਦੇਵੀ ਰੋਡ। ਕੁੜੀ ਹੈਗੀ ਮਕਸੂਦਾ ਜਿੰਦਾ ਰੋਡ ਦੀ, ਜਲੰਧਰ ਦੀ। ਉਹ ਵੀ ਸ਼ਰਨਪ੍ਰੀਤ ਕੌਰ ਨਾਂ ਹੈ ਤੇ ਮੰਮੀ ਦਾ ਨਾਮ ਉਹਦਾ ਬਲਵਿੰਦਰ ਕੌਰ ਹੈਗਾ ਤੇ ਬ੍ਰਦਰ ਦਾ ਨਾਮ ਹੈ ਹਰਪ੍ਰੀਤ ਸਿੰਘ ਹੈਰੀ। ਔਰ ਇਹਨਾਂ ਵੱਲੋਂ ਮੈਨੂੰ ਧਮਕੀਆਂ ਕਾਫੀ ਦਿੱਤੀਆਂ ਗਈਆਂ। ਉਸ ਤੋਂ ਬਾਅਦ 3 ਮਹੀਨੇ ਬਾਅਦ ਜਾ ਕੇ ਇਹਨੇ ਮੈਨੂੰ ਟਾਵਾਂ ਟੋਲ ਕਰਨਾ ਸਟਾਰਟ ਕਰਤਾ। ਮੇਰੇ ਕੋਲ ਟਾਈਮ ਨਹੀਂ ਹੈਗਾ ਕੰਮ ਵਾਸਤੇ, ਮੈਂ ਕੰਮ ਤੇ ਆ, ਜੋਬ ਤੇ ਆ, ਇਦਾਂ ਫਲਾਣਾ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਤੂੰ ਜੋਬ ਤੇ ਆ, ਕੋਈ ਨਹੀਂ, ਤੇਰੀ ਜੋਬ ਕਿੰਨੇ ਘੰਟੇ ਦੀ? ਤੂੰ ਸਟੱਡੀ ਵੀਜ਼ੇ ਦੀ ਨਾ, ਤੇਰੀ ਜੋਬ ਸਿਰਫ 2-3 ਘੰਟੇ ਦੀ ਹੋਏਗੀ ਸਾਰਾ ਦਿਨ ਜੀ, ਤੂੰ 12 ਘੰਟੇ ਦਾ ਕੰਮ ਕਰਨਾ ਨਹੀਂ, ਸਟੱਡੀ ਵੀਜ਼ਾ ਤੇਰੇ ਕੋਲ। ਕਹਿੰਦੀ ਨਹੀਂ ਮੈਂ ਇੱਥੇ ਚੋਰੀ ਵੀ ਕੰਮ ਕਰ ਰਹੀ ਹਾਂ, ਮੈਂ ਇਦਾਂ ਕੰਮ ਕਰ ਰਹੀ ਹਾਂ ਤੇ ਮੇਰੇ ਕੋਲ ਟਾਈਮ ਨਹੀਂ ਹੈਗਾ। ਮੈਂ ਕਿਹਾ ਚੱਲ ਤੂੰ ਮੈਨੂੰ ਰਾਤੀ ਆ ਕੇ 5 ਮਿੰਟ ਕਾਲ ਕਰ ਲਿਆ ਕਰ। ਪਰ ਉਸ ਕੁੜੀ ਨੇ ਮੈਨੂੰ ਕਾਲ ਕਰਨੀ ਬੰਦ ਕਰਤੀ। ਹੌਲੀ ਹੌਲੀ ਉਹਨੇ ਪਹਿਲਾਂ ਉਹਦੀ ਫੈਮਿਲੀ ਨੇ ਬਲੋਕ ਮਾਰਤਾ ਮੈਨੂੰ, ਫਿਰ ਕੁੜੀ ਨੇ ਮਾਰਤਾ। ਮੈਂ ਉਹਦੀ ਫੈਮਿਲੀ ਦੇ ਵੀ ਹੱਥ ਪੱਲਾ ਜੋੜਿਆ, ਹੱਥ ਪੈਰ ਜੋੜੇ, ਪਰ ਉਹ
ਉਹਦੀ ਫੈਮਿਲੀ ਕੋਈ ਮੈਨੂੰ ਹੱਥ ਹੁਣ ਮੁੱਕ ਦੀ ਗੱਲ ਕਰੀਏ ਤੇ ਤੁਹਾਡਾ ਰਾਬਤਾ ਕਦੋਂ ਦਾ ਬੰਦ ਆ? ਤੇ ਦੂਸਰੀ ਗੱਲ ਜੇਕਰ ਗੱਲ ਕਰੀਏ ਵੀ ਕੀ ਕੁੜੀ ਵੱਲੋਂ ਕੀ ਕਿਹਾ ਜਾ ਰਿਹਾ ਕਿ ਨਹੀਂ ਬੁਲਾਣਾ? ਭਾਜੀ ਮੈਨੂੰ 3.5 4 ਸਾਲ ਹੋ ਗਏ, ਮੈਂ ਕੁੜੀ ਦੀ ਸ਼ਕਲ ਨਹੀਂ ਦੇਖੀ ਹੈਗੀ, ਨਾ ਮੇਰੇ ਨਾਲ ਉਹਦੀ ਗੱਲ ਹੋਈ ਹੈ। ਉਹ ਕਿੱਥੇ ਵੇ, ਉਹ ਹੈਗੀ ਦੁਨੀਆ 'ਚ ਹੈਗੀ ਕਿ ਨਹੀਂ ਹੈਗੀ ਮੈਨੂੰ ਨਹੀਂ ਪਤਾ ਹੈਗਾ। ਮੈਨੂੰ ਸਾਰੇ ਪਾਸੇ ਬਲੌਗ ਮਾਰਿਆ, ਮੇਰੀ ਫੈਮਿਲੀ ਨੂੰ ਵੀ ਬਲੌਗ ਮਾਰਿਆ ਉਹਨੇ ਸਾਰਿਆਂ ਨੂੰ। ਪਰ ਇਹ ਗਲਤ ਗੱਲ ਹੈਗੀ, ਜੇ ਆਪਾਂ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਨੂੰ ਘਰੋਂ ਬਾਹਰ ਕੱਢਦੇ ਆ ਤੇ ਦੂਜੇ ਦਾ ਵੀ ਯਕੀਨ ਨਾ ਇੰਦਾ ਤੋੜੋ ਨਾ ਤੋੜੋ। ਹੁਣ ਇੱਕ ਲਵਪ੍ਰੀਤ ਜਿਹਦਾ ਕੇਸ ਆਇਆ, ਮੁੰਡਾ ਸੁਸਾਈਡ ਕਰ ਲਈ, ਇਦਾਂ ਦੇ ਬੜੇ ਕੇਸ ਹੈਗੇ ਨੇ ਭਾਜੀ। ਕੋਈ ਹਿੰਮਤ ਹਾਰ ਜਾਂਦਾ, ਕੋਈ ਹਿੰਮਤ ਨਹੀਂ ਹਾਰਦਾ ਹੈਗਾ। ਉਹ ਲਵਪ੍ਰੀਤ ਉਹ ਹਿੰਮਤ ਹਾਰ ਗਿਆ ਵਿਚਾਰਾ, ਉਹਨੇ ਸੁਸਾਈਡ ਕਰ ਲਈ ਹੈਗੀ। ਅਸੀਂ ਵੀ ਖੜੇ ਆ, ਇਨਸਾਫ ਮੰਗਦੇ ਪਏ ਆ। ਪੰਜਾਬ ਸਰਕਾਰ ਗਵਰਨਮੈਂਟ ਕੋਲ ਇਨਸਾਫ ਮੰਗਦੇ ਆ ਕਿ ਇੱਕ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਲਵਪ੍ਰੀਤ ਪਰਿਵਾਰ ਨੂੰ ਇਨਸਾਫ ਕੀਤਾ। ਬੇਅੰਤ ਕੌਰ ਨੂੰ, ਜਿੰਨੀਆਂ ਵੀ ਕੁੜੀਆਂ ਫਰੋਡ ਕਰਕੇ ਗਈਆਂ ਜਾਂ ਫਰੋਡ ਕਰਕੇ ਜਾ ਰਹੀਆਂ ਜਾਂ ਮੁੰਡੇ ਜਾ ਰਹੇ, ਉਹਨਾਂ ਨੂੰ ਡਿਪੋਰਟ ਕੀਤਾ ਜਾਵੇ, ਉਹਨਾਂ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ। ਇੱਥੇ ਹੋਰ ਵੀ 2 ਮੁੰਡੇ ਨੇ ਸਾਡੇ ਨਾਲ। ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਇੱਥੇ ਸਾਥ ਦੇਣ ਆਏ ਹੋ, ਇਸ ਕੈਂਡਲ ਮਾਰਚ ਦੇ ਵਿੱਚ ਹਿੱਸਾ ਬਣੇ ਹੋ? ਕੀ ਰੀਜ਼ਨ ਰਿਹਾ ਉਸ ਦੇ ਵਿੱਚ? ਤੁਸੀਂ ਵੀ ਪੀੜਤ ਹੋ ਇਸ ਤੋਂ? ਹਾਂਜੀ ਸਰ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਰ ਲਖਵਿੰਦਰ ਅਹੀਰ। ਤੇ ਤੇ ਕੀ ਕੇਸ ਹੋਇਆ ਤੁਹਾਡਾ? ਸਰ ਮੇਰਾ ਵੀ ਸੇਮ ਕੇਸ ਹੀ ਹੈਗਾ। ਤੇ ਸਰ ਮੈਂ ਜਲੰਧਰ ਦਾ ਰਹਿਣ ਵਾਲਾ। ਸਰ ਮੇਰੀ ਵੀ ਲਵ ਮੈਰਿਜ ਹੋਈ ਸੀਗੀ, 2013 ਤੋਂ ਮੇਰਾ ਰਿਲੇਸ਼ਨਸ਼ਿਪ ਸੀਗਾ। ਤੇ ਸਰ ਕੁੜੀ ਸੀ ਫਗਵਾੜੇ ਦੀ, ਉੱਚੇ ਪਿੰਡ ਦੀ। ਤੇ ਸਰ 2013 ਤੋਂ ਸਾਡਾ ਰਿਲੇਸ਼ਨਸ਼ਿਪ ਜਿੱਦਾਂ ਸ਼ੁਰੂ ਹੋਇਆ। ਲੜਕੀ ਦਾ ਨਾਮ ਕੀ ਸੀ? ਪੂਜਾ। ਤੇ ਉਹਦੇ ਫਾਦਰ ਸਾਹਿਬ ਦਾ ਨਾਮ ਪ੍ਰੇਮਪਾਲ, ਮਦਰ ਦਾ ਨਾਮ ਨਰੇਸ਼ ਕੁਮਾਰੀ। ਤੇ ਸਰ ਸਾਡਾ ਮਤਲਬ ਕਿ 13 'ਚ ਸਾਡੀ ਜਿੱਦਾਂ ਰਿਲੇਸ਼ਨਸ਼ਿਪ ਸ਼ੁਰੂ ਹੋਇਆ। ਉਸ ਤੋਂ ਬਾਅਦ ਸਰ 16 ਤੋਂ ਲੈ ਕੇ 17 ਤੱਕ 1 ਸਾਲ ਇਕੱਠੇ ਵੀ ਪੜ੍ਹੇ। 17 ਤੋਂ ਬਾਅਦ ਜਿੱਦਾਂ ਸਰ ਅਸੀਂ 1 ਸਾਲ ਇਕੱਠੇ ਪੜ੍ਹੇ, ਬਾਅਦ 'ਚ ਸਰ ਇਹਨੇ ਡਿਸਾਈਡ ਕੀਤਾ ਹੈਗਾ ਵੀ ਮੈਂ ਬਾਹਰ ਜਾਣਾ ਚਾਹੁੰਦੀ ਆ, ਵੀ ਮੈਂ ਆਈਲੈਟਸ ਕਰਨੀ ਆ। ਮੈਂ ਕਿਹਾ ਚਲੋ ਠੀਕ ਆ, ਤੁਸੀਂ ਆਈਲੈਟਸ ਕਰ ਲਓ ਨਾ। ਤੇ ਸਰ ਇਹਨੇ ਮਤਲਬ ਕਿ 17 ਤੋਂ ਬਾਅਦ ਜਦੋਂ ਅਸੀਂ ਸਾਡੀ ਸਟੱਡੀ ਜਿੱਦਾਂ ਖਤਮ ਹੋਈ, 1 ਸਾਲ ਦਾ ਅਸੀਂ ਕੋਰਸ ਕੀਤਾ, ਇਹਨੇ ਆਈਲੈਟਸ ਕਰ ਲਈ ਸੀ। ਤਾਂ ਉਸ ਤੋਂ ਬਾਅਦ ਸਰ ਲਵ ਤੋਂ ਅਰੇਂਜ ਕਰਕੇ ਅਸੀਂ ਮੈਰਿਜ ਕੀਤੀ। ਜਿੱਦਾਂ ਇਹਦੇ ਘਰ ਦੇ ਦੀ ਮੰਗ ਸੀ ਵੀ ਸਾਡੀ ਕੁੜੀ ਨੂੰ ਤੁਸੀਂ ਬਾਹਰ ਭੇਜ ਦਿਓ ਤੇ ਚਲੋ ਤੁਸੀਂ ਇੱਕ ਦੂਜੇ ਨੂੰ ਜਾਣਦੇ ਵੀ ਆ ਕਿਸੇ ਵੀ ਤਰ੍ਹਾਂ। ਤੇ ਸਰ ਮਤਲਬ ਘਰਦਿਆਂ ਨੂੰ ਪਤਾ ਸੀਗਾ ਕਿ ਤੁਸੀਂ ਇੱਕ ਦੂਸਰੇ ਨਾਲ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਹੋ, ਕਿਤੇ ਨਾ ਕਿਤੇ ਅੱਗੇ ਫਿਊਚਰ ਆਪਣਾ ਸੈੱਟ ਕਰਨਾ ਚਾਹੁੰਦੇ ਹੋ? ਹਾਂਜੀ ਹਾਂਜੀ ਸਰ, ਕੁੜੀ ਦੀ ਮਦਰ ਨੂੰ ਪਤਾ ਸੀਗਾ ਜਿੱਦਾਂ ਸਾਰਾ ਕੁਝ ਸਾਡੇ ਰਿਲੇਸ਼ਨ ਦਾ ਸਰ ਪਹਿਲਾਂ ਤੋਂ ਜਿੱਦਾਂ ਪਤਾ ਸੀਗਾ ਉਹਨਾਂ ਨੂੰ। ਤੇ ਸਰ ਜਿੱਦਾਂ ਅਸੀਂ ਗੱਲਬਾਤ ਕੀਤੀ, ਆਈਲੈਟਸ ਕੀਤੀ ਸੀਗੀ ਸਰ, ਫਿਰ ਲਵ ਨੂੰ ਰੇਂਜ ਵਿੱਚ ਮੈਰਿਜ ਕਨਵਰਟ ਕਰਕੇ ਅਸੀਂ ਮੈਰਿਜ ਕੀਤੀ ਬੜੀ ਵਧੀਆ। 2018 ਚ 28 ਅਪ੍ਰੈਲ ਦੀ ਮੇਰੀ ਮੈਰਿਜ ਹੋਈ। ਸਰ 1 ਸਾਲ 7 ਮਹੀਨੇ ਮਤਲਬ ਕਿ ਕੁੜੀ ਮੇਰੇ ਘਰੇ ਰਹਿੰਦੀ ਆ, ਪੂਜਾ ਮੇਰੀ ਵਾਈਫ। ਤੇ ਸਰ ਮੈਂ ਮਤਲਬ ਕਿ ਉਸ ਤੋਂ ਬਾਅਦ ਮੈਂ ਇਹਦਾ ਅਪਲਾਈ ਕੀਤਾ ਕੈਨੇਡਾ ਦਾ ਬਾਹਰ। ਪਹਿਲਾਂ ਸਰ ਇਹ ਆਸਟ੍ਰੇਲੀਆ ਦਾ ਲਾਉਂਦੇ ਰਹੇ, ਉੱਧਰਲਾ ਸਾਡਾ ਬਣਿਆ ਨਹੀਂ ਸੀਗਾ। ਤੇ ਫਿਰ ਕੈਨੇਡਾ ਦਾ ਲਾਇਆ ਸਰ 4 ਨਵੰਬਰ 2019 ਵਿੱਚ ਮਤਲਬ ਇਹ ਚੱਲ ਗਈ ਸੀਗੀ, ਇਹਦਾ ਵੀਜ਼ਾ ਲੱਗ ਗਿਆ ਸੀਗਾ। ਤੇ ਸਰ ਜਾਣ ਤੋਂ ਬਾਅਦ ਸਰ ਇਹਨੇ ਕਾਲਜ ਚੇਂਜ ਕਰ ਲਿਆ ਆਪਣਾ ਉੱਧਰੋਂ। ਤੇ ਜਦੋਂ ਮੈਂ ਪੁੱਛਿਆ ਵੀ ਕਾਲਜ ਕਿਉਂ ਚੇਂਜ ਕਰਨਾ, ਇਹ ਕਹਿੰਦੇ ਵੀ ਉਹ ਕਾਲਜ ਹੈਗਾ ਪ੍ਰਾਈਵੇਟ। ਤੇ ਸਰ ਪ੍ਰਾਈਵੇਟ ਕਾਲਜ ਗਿਆ ਕਿ ਇਹਨੇ ਕਾਲਜ ਚੇਂਜ ਕੀਤਾ। ਮੈਂ ਕਿਹਾ ਚਲੋ ਠੀਕ ਆ ਸਰ, ਜਿਹੜੇ ਕਾਲਜ ਵਿੱਚ ਇਹਨੇ ਐਡਮਿਸ਼ਨ ਲਈ, ਕੈਨੇਡਾ ਕਾਲਜ ਆ ਉਹ ਮੌਂਟਰੀਅਲ ਵਿੱਚ, ਸਰ ਉੱਥੇ ਫੀਸ ਹੈਗੀ 1 ਸਾਲ ਦੀ 4.5 ਲੱਖ ਰੁਪਈਆ ਫੀਸ। ਤੇ ਸਰ ਜਿਹੜੀ ਫੀਸ ਇਹਨੇ ਭੇਜੀ ਸੀਗੀ 4.5, ਜਿਹੜੀ ਇਹਦੀਆਂ ਫੀਸਾਂ ਪੇ ਕੀਤੀਆਂ ਸੀਗੀਆਂ, ਇਹ 8,10,000 ਰੁਪਏ ਇਹਦੀ ਮੈਂ ਫੀਸ ਪੇ ਕੀਤੀ, ਤਾਂ 5.5 ਲੱਖ ਰੁਪਈਆ ਇਹਦੀ GIC ਮੈਂ ਪੇ ਕੀਤੀ ਆਪਣੇ ਅਕਾਊਂਟ 'ਚੋਂ। ਤੇ ਸਰ ਉਹ ਮੇਰੇ ਤੋਂ ਸਟੇਟ ਮੈਡਮ ਮੇਰੇ ਤੋਂ ਪਈਆ ਹੋਈ ਆ। ਤੇ ਸਰ ਉਸ ਤੋਂ ਬਾਅਦ ਇਹਨੇ ਕਾਲਜ ਚੇਂਜ ਕੀਤਾ। ਕਾਲਜ ਚੇਂਜ ਕਰਨ ਤੋਂ ਬਾਅਦ ਸਰ ਇਹਦੀ ਆਪਣੀ ਜਿਹੜੀ ਫੀਸ ਸੀਗੀ ਕੈਨੇਡਾ ਕਾਲਜ ਦੀ 4.5 ਲੱਖ ਦੇ ਕਰੀਬ ਸੀਗੀ। ਤੇ ਸਰ ਉਹ ਮੇਰੇ ਤੋਂ ਪ੍ਰੂਫ ਵੀ ਹੈਗੇ ਆ। ਜਦੋਂ ਸਰ ਇਹਨੇ ਕਾਲਜ ਚੇਂਜ ਕੀਤਾ ਸਰ, ਇਹਦੋਂ ਦੇਖ ਲਓ ਵੀ ਉਹਦੇ ਵਿੱਚੋਂ ਸਰ ਇਹਨੂੰ 2.5 ਲੱਖ ਰੁਪਈਆ ਕੁਛ ਬਚਦਾ ਸੀਗਾ। ਮਤਲਬ 1 ਲੱਖ ਰੁਪਈਆ ਇਹਨੇ ਮੈਂ ਇਹ ਤੋਂ ਮੰਗਾਇਆ ਸੀਗਾ। ਮੈਂ ਕਿਹਾ ਮੈਨੂੰ ਭੇਜ ਦੇ, ਮੈਂ ਵੀ ਆਪਣੇ ਫੰਡ ਵਗੈਰਾ ਸ਼ੋਅ ਕਰਦੇ ਵੀ ਮੇਰੇ ਤੋਂ ਹੁਣ ਐਨੀ, ਮੈਂ ਤਾਂ ਆਪ ਲੋਨ ਚੱਕਿਆ ਹੋਇਆ 5 ਲੱਖ ਦਾ, ਮੇਰੀ ਮਦਰ ਨੇ ਲੋਨ ਚੱਕਿਆ ਜੋ ਕਿ ਹਲੇ ਤੱਕ ਚੱਲਦਾ ਪਿਆ ਲੋਨ। ਤੇ ਸਰ ਉਹਨੇ 1 ਲੱਖ। ਕੀ ਕੰਮ ਕਰਦੇ ਹੋ ਤੁਸੀਂ? ਘਰ ਦੇ ਕੀ ਕੰਮ ਕਰਦੇ ਨੇ? ਸਰ ਮੇਰੇ ਫਾਦਰ ਸਾਹਿਬ ਨਹੀਂ ਹੈਗੇ ਤੇ ਮੰਮੀ ਨੂੰ ਸਰ ਪੈਨਸ਼ਨ ਲੱਗੀ ਆ, ਉਹਨਾਂ ਨੇ ਆਪਣੇ ਬੇਸ ਤੇ ਲੋਨ ਚੱਕਿਆ ਸੀ 5 ਲੱਖ ਦਾ। ਤੇ ਸਰ ਮੈਂ ਹੈਗਾ ਫ੍ਰੀ ਸਰ, ਖੇਤੀਬਾੜੀ ਸਰ ਮਤਲਬ ਕਿ ਆਪਣੀ ਹੈਗੀ ਆ, ਉਹੀ ਸਰ ਕਰੀ ਦੀ ਜੀ। ਤੇ ਸਰ ਜਿੱਦਾਂ ਫਿਰ ਸਰ ਇਹ ਤੋਂ ਮੈਂ 1 ਲੱਖ ਰੁਪਈਆ ਮੰਗਾਇਆ। ਤੇ ਸਰ ਹੁਣ ਮਤਲਬ ਜਿਹੜਾ 1 ਲੱਖ ਰੁਪਈਆ ਮੰਗਾਇਆ ਸੀ ਸਰ, ਉਹ ਫੀਸ ਤੋਂ ਹੀ ਮਤਲਬ ਬਚਿਆ ਸੀਗਾ ਜਿਹੜਾ ਇਹਨੇ ਭੇਜਿਆ। ਸਰ ਅੱਜ ਦੀਆਂ ਗੱਲਾਂ ਵਿੱਚ ਮਤਲਬ ਕਿ ਜੇ ਮੈਂ ਮਤਲਬ ਕੰਪਲੀਟ ਵੀ ਕੀਤੀ, ਉੱਥੇ ਕਹਿੰਦੇ ਵੀ ਕੁੜੀ ਤੁਹਾਨੂੰ ਪੈਸੇ ਭੇਜਦੀ ਰਹੀ, ਕੁਛ ਵੀ ਆ। ਤਾਂ ਜਿਹੜੇ ਉਹ ਪੈਸੇ ਭੇਜੇ ਗਏ, ਉਹਨੇ ਮੇਰੇ ਹੀ ਪੈਸੇ ਮੈਨੂੰ ਵੀ ਭੇਜੇ ਸੀਗੇ। ਉਹਦੇ ਵਿੱਚੋਂ ਵੀ 2.5 ਲੱਖ ਰੁਪਈਆ ਉਹਨੇ ਮੈਨੂੰ ਨਹੀਂ ਪਤਾ ਕਿੱਧਰ ਰੱਖਿਆ ਕਿੱਧਰ ਨਹੀਂ ਰੱਖਿਆ। ਮਤਲਬ ਉਹਨੇ ਮੇਰੇ ਨਾਲ ਗੱਲਬਾਤ ਜਿੱਦਾਂ ਘੱਟੋ ਘੱਟ 7-8 ਮਹੀਨੇ ਮੇਰੇ ਨਾਲ ਗੱਲਬਾਤ ਕੀਤੀ। ਜਦੋਂ 2020 ਵਿੱਚ ਉਹਦੀਆਂ ਕਲਾਸਾਂ ਸ਼ੁਰੂ ਹੋਈਆਂ ਜੂਨ ਵਿੱਚ ਸਰ, ਉਸ ਤੋਂ ਬਾਅਦ ਮੇਰੀ ਜਿੱਦਾਂ ਅਗਸਤ ਵਿੱਚ ਫਾਈਲ ਲੱਗੀ। ਜਦੋਂ ਸਰ ਫਾਈਲ ਲੱਗੀ 1.5 ਮਹੀਨੇ ਬਾਅਦ ਮਤਲਬ ਕਿ ਲੜਾਈ ਝਗੜਾ ਤਾਂ ਇਹਨੇ ਸ਼ੁਰੂ ਕਰਤਾ ਹੈਗਾ ਜਾਨ ਸਰ 2-3 ਮਹੀਨੇ ਬਾਅਦ ਹੀ। ਜ਼ਿਆਦਾ ਸਰ ਮਤਲਬ ਕਿ ਮੇਰੀ ਸੱਸ ਦਾ ਹੀ ਰੋਲ ਹੈਗਾ। ਜਿੱਦਾਂ ਉਹਨੇ ਕਹਿਣਾ ਕਿ ਮੇਰਾ ਜਵਾਈ ਮੇਰੇ ਘਰੇ ਨਹੀਂ ਆਉਂਦਾ, ਮਤਲਬ ਕਿ ਸਾਨੂੰ ਦੇਖਦਾ ਨਹੀਂ ਵੀ, ਨਾ ਸਾਨੂੰ ਪੁੱਛਦਾ ਵੀ। ਹੁਣ ਮੇਰੀ ਮਦਰ ਵੀ ਘਰੇ, ਉਹ ਵੀ ਮਤਲਬ ਕਿ ਪੇਸ਼ੈਂਟ ਹੈਗੇ ਆ, ਮੈਂ ਉਹਨਾਂ ਨੂੰ ਵੀ ਦੇਖਣਾ ਹੁੰਦਾ, ਮੈਂ ਆਪਣੇ ਘਰ ਦਾ ਵੀ ਦੇਖਣਾ ਦਾ ਸਰਕਲ ਸਾਰਾ। ਮਤਲਬ 2020 ਤੋਂ ਸ਼ੁਰੂਆਤ ਹੋਈ, ਮਾਰਚ ਤੋਂ ਉਹਨਾਂ ਨੇ ਲਗਭਗ ਤੁਹਾਡੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਤੁਹਾਡੇ ਹੱਥ ਦੇ ਵਿੱਚ ਤਸਵੀਰਾਂ ਵੀ ਨੇ, ਇਹ ਕਿਹੜੀਆਂ ਤਸਵੀਰਾਂ ਜਨਾਬ? ਮੇਰੀ ਮੈਰਿਜ ਦੀਆਂ ਤਸਵੀਰਾਂ ਸਾਰੀਆਂ ਸਰ। ਇੱਕ ਵਾਰ ਮੈਂ ਆਪਣੇ ਕੈਮਰਾਮੈਨ ਨੂੰ ਵੀ ਰਿਕੁਐਸਟ ਕਰੂੰਗਾ ਕਿ
ਕੈਮਰੇ ਦੇ ਵਿੱਚ ਜ਼ਰੂਰ ਦਿਖਾਏ। ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਸੇ ਸ਼ਖਸ ਦੀਆਂ ਨੇ ਜਿਹੜੀਆਂ ਹੁਣੇ ਇਸ ਵੇਲੇ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ। ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਕੀਤਾ ਗਿਆ। ਵਿਆਹ ਕਿੱਥੇ ਕੀਤਾ ਸੀ? ਸਰ ਇਹ ਫਗਵਾੜੇ ਸਰ ਪੈਲਸ ਵਿੱਚ ਕੀਤਾ ਸੀ। ਕਿੱਥੇ? ਫਗਵਾੜੇ ਸਰ। ਫਗਵਾੜੇ। ਹਾਂਜੀ। ਮਤਲਬ ਉਹਨਾਂ ਦੇ ਹੋਮ ਟਾਊਨ ਦੇ ਵਿੱਚ ਹੀ ਤੁਸੀਂ ਵਿਆਹ ਕੀਤਾ ਪ੍ਰੋਪਰ ਤਰੀਕੇ ਦੇ ਨਾਲ। ਤੇ ਜੇ ਹੁਣ ਗੱਲ ਕਰੀਏ ਕਿੰਨਾ ਖਰਚਾ ਟੋਟਲ ਕਰ ਚੁੱਕੇ ਹੋ? ਸਰ ਟੋਟਲ ਮੇਰਾ 18 ਤੋਂ 20 ਲੱਖ ਰੁਪਇਆ ਸਰ ਖਰਚਾ ਹੋ ਚੱਲਾ। ਤੇ ਜਿਸ ਦੇ ਵਿੱਚੋਂ ਕਰਜ਼ਾ ਕਿੰਨਾ ਹੁਣ ਤੁਹਾਡੇ ਉੱਤੇ? ਸਰ 5 ਲੱਖ ਦਾ ਸਰ ਲੋਨ ਲਿਆ ਹੋਇਆ, ਬਾਕੀ ਸਰ ਇੱਦਾਂ ਹੀ ਪੈਸੇ ਫੜੇ ਹੋਏ ਲੋਕਾਂ ਤੋਂ। ਉਹਦਾ ਸਰ ਲੋਨ ਮਤਲਬ ਕਿ ਪੈਸੇ ਵਿਆਜੂ ਫੜੇ ਹੋਏ ਜਿੱਦਾਂ ਦਿੰਦੇ ਪਏ ਸਾਰਿਆਂ ਨੂੰ। ਸੋ ਕੁਝ ਇਸ ਤਰੀਕੇ ਦੇ ਨਾਲ ਅੱਜ ਇੱਥੇ ਜਿੰਨੇ ਲੋਕ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਵੀ ਇੱਕ ਪਰਿਵਾਰ ਨਹੀਂ ਹੈ, ਪਰਿਵਾਰ ਬਹੁਤ ਨੇ। ਲਵਪ੍ਰੀਤ ਦੀ ਮੌਤ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਇੱਕ ਹੌਸਲਾ ਦਿੱਤਾ ਹੈ। ਨਾਲੋਂ ਨਾਲ ਇਹ ਵੀ ਗੱਲ ਕੀਤੀ ਹੈ ਕਿ ਲਵਪ੍ਰੀਤ ਦੇ ਨਾਲ ਹੋਇਆ ਜਿਹੜਾ ਧੱਕਾ ਆ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੁਲਝਾਉਣਾ ਚਾਹੀਦਾ ਹੈ। ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਨਾਲੋਂ ਨਾਲ ਜੇਕਰ ਗੱਲ ਕਰੀਏ ਬੇਅੰਤ ਕੌਰ ਦੀ, ਤੇ ਬੇਅੰਤ ਕੌਰ ਨੂੰ ਵੀ ਵਾਪਸ ਡਿਪੋਰਟ ਕਰ ਦੇਣਾ ਚਾਹੀਦਾ ਆ ਕੈਨੇਡਾ ਸਰਕਾਰ ਦੇ ਵੱਲੋਂ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਜਿੱਥੇ ਇੱਕ ਮੌਤ ਨੇ ਇੰਨਾ ਬਖੇੜਾ ਖੜਾ ਕੀਤਾ ਸੀਗਾ। ਪਹਿਲਾਂ ਜੇਕਰ ਅਸੀਂ ਗੱਲ ਕਰੀਏ ਇਸ਼ੂ ਕ੍ਰੀਏਟ ਹੋਇਆ, ਇਸ਼ੂ ਤੋਂ ਕ੍ਰੀਏਟ ਹੋਣ ਤੋਂ ਬਾਅਦ ਲੋਕ ਜਿਹੜੇ ਨੇ ਉਹ ਸਤਰਕ ਹੋਏ, ਫਿਰ ਲੋਕ ਸਪੋਰਟ ਦੇ ਵਿੱਚ ਆਏ। ਅੱਜ ਆਲਮ ਇਹ ਹੈ ਕਿ ਲਵਪ੍ਰੀਤ ਲਈ ਕੈਂਡਲ ਮਾਰਚ ਕੱਢਿਆ ਜਾ ਰਿਹਾ ਆ, ਪਰ ਸਰਕਾਰ ਦੀ ਕੰਨਾਂ ਦੇ ਉੱਤੇ ਜੂੰ ਨਹੀਂ ਸਰਕ ਰਹੀ, ਨਾ ਹੀ ਕੈਨੇਡਾ ਸਰਕਾਰ ਦੇ ਉੱਤੇ, ਨਾ ਹੀ ਪੰਜਾਬ ਸਰਕਾਰ ਦੇ ਉੱਤੇ। ਅੱਜ ਕੈਂਡਲ ਮਾਰਚ ਜ਼ਰੂਰ ਕੱਢਿਆ ਜਾ ਰਿਹਾ, ਪਰ ਨਾਲੋਂ ਨਾਲ ਗੱਲ ਕਿਤੇ ਨਾ ਕਿਤੇ ਇਹ ਵੀ ਕੀਤੀ ਜਾ ਰਹੀ ਹੈ ਕਿ ਜਿੰਨੇ ਲੋਕ ਨੇ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਹੋਰ ਗੱਲ ਕਰਨੀ ਚਾਹਣਗੇ ਸਾਡੇ ਨਾਲ ਮੌਜੂਦ ਨੇ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਭਾਜੀ ਮੈਂ ਇਹਨਾਂ ਦੀ ਫੋਟੋ ਦਿਖਾਉਣਾ ਚਾਹੁੰਦਾ। ਇੱਕ ਇਹ ਪਰਿਵਾਰ ਸਾਹਮਣੇ ਨਹੀਂ ਆ ਰਿਹਾ। ਇਹਨਾਂ ਦਾ ਮੈਂ ਰਿਸ਼ਤੇਦਾਰਾਂ ਦੇ ਵੀ ਜਾ ਕੇ ਦੇਖ ਲਿਆ, ਐਮਸੀ ਇਹਨਾਂ ਦੇ ਜੋ ਐਮਸੀ ਉਹਨਾਂ ਕੋਲ ਵੀ ਜਾ ਕੇ ਦੇਖ ਲਿਆ, ਇਹ ਉਹ ਸਾਹਮਣੇ ਨਹੀਂ ਆ ਰਿਹਾ ਹੈਗਾ। ਇਹ ਮਦਰ ਹੈਗੇ ਉਹਨਾਂ ਦੇ, ਜਿਹੜੀ ਕੁੜੀ ਦੇ ਬੈਗ ਤੇ ਖੜੇ ਨੇ, ਇਹ ਮਦਰ ਹੈਗੇ ਨੇ ਉਹਨਾਂ ਦੇ। ਠੀਕ ਹੈ, ਕੀ ਨਾਮ ਹੈ ਇਹਨਾਂ ਦਾ? ਇਹ ਬਲਵਿੰਦਰ ਕੌਰ ਨਾਮ ਇਹਨਾਂ ਦਾ। ਹਾਂਜੀ, ਨਾਲ ਤੁਸੀਂ ਹੋ ਇਸ? ਠੀਕ ਹੈ। ਮੇਰੇ ਵਿਆਹ ਦੀ ਫੋਟੋ ਕਿੱਥੇ ਕੀਤਾ ਸੀਗਾ ਵਿਆਹ? ਵਿਆਹ ਆਪਣਾ ਵੀਰਸ ਰੋਡ 'ਚ ਹੋਇਆ ਸੀ, ਮਕਸੂਦਾਂ ਚੌਂਕ 'ਚ ਹੈਗਾ। ਇੱਕ ਮਿੰਟ ਫੜਿਓ ਭਾਈ। ਮੈਂ ਆਪਣੇ ਕੈਮਰਾਮੈਨ ਨੂੰ ਰਿਕੁਐਸਟ ਕਰਾਂਗਾ ਕਿ ਬਾਕੀ ਦੀਆਂ ਤਸਵੀਰਾਂ ਵੀ ਇੱਥੇ ਦਿਖਾਈਆਂ ਜਾਣ। ਬਾਹਰ ਕੈਨੇਡਾ ਦੀ ਫੋਟੋ ਹੈਗੀ ਕੁੜੀ ਦੀ। ਤੇ ਹੁਣ ਜੇਕਰ ਅਸੀਂ ਗੱਲ ਕਰੀਏ ਕਿਸ ਤਰੀਕੇ ਨਾਲ ਉੱਥੇ ਜਾ ਕੇ ਤੁਹਾਨੂੰ ਪਤਾ ਹੈ ਕਿ ਲੜਕੀ ਕਿਸੇ ਹੋਰ ਦੇ ਨਾਲ ਹੈ ਜਾਂ ਨਹੀਂ ਹੈ? ਨਹੀਂ, ਮੇਰੇ ਨਾਲ 3.5 ਸਾਲ ਹੋ ਗਏ, ਮੇਰੇ ਨਾਲ ਗੱਲ ਨਹੀਂ ਹੋਈ, ਨਾ ਮੈਂ ਉਹਨੂੰ ਦੇਖਿਆ ਨਾ ਉਹਨੇ ਮੈਨੂੰ ਦੇਖਿਆ। ਮੈਨੂੰ ਪਤਾ ਵੀ ਨਹੀਂ ਉਹ ਦੁਨੀਆ 'ਤੇ ਹੈਗੀ ਕਿ ਨਹੀਂ ਹੈਗੀ। ਮਤਲਬ ਕੋਈ ਇਨਫੋਰਮੇਸ਼ਨ ਹੀ ਨਹੀਂ ਹੈ। ਕੁਛ ਵੀ ਨਹੀਂ ਹੈਗਾ। ਸੋ ਕੁਝ ਇਸ ਤਰੀਕੇ ਦੇ ਨਾਲ ਦੇਖਿਆ ਜਾਵੇ ਤੇ ਪੀੜਤ ਪਰਿਵਾਰ ਇੱਥੇ ਤੁਹਾਨੂੰ ਗਿਣਤੀ ਜਿਹੜੀ ਆ ਉਹ ਨਹੀਂ ਕਰਾ ਸਕਦੇ ਇਸ ਵੇਲੇ, ਪਰ ਬਹੁਤ ਸਾਰੇ ਨੇ ਜਿਹੜੇ ਲੋਕ ਇੱਥੇ ਨਾ ਸਿਰਫ ਲਵਪ੍ਰੀਤ ਦੇ ਲਈ, ਲਵਪ੍ਰੀਤ ਦੇ ਪਰਿਵਾਰ ਦੇ ਲਈ ਇਨਸਾਫ ਮੰਗਣ ਆਏ ਨੇ, ਬਲਕਿ ਨਾਲੋਂ ਨਾਲ ਆਪਣੀਆਂ ਮੁਸੀਬਤਾਂ ਵੀ ਦੱਸਣ ਆਏ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੜਕਿਆਂ ਦੇ ਜਿਹੜੇ ਫਿਊਚਰ ਨੇ ਉਹ ਖਰਾਬ ਕੀਤੇ। ਕਰਜ਼ਾ ਲੈ ਕੇ ਮੁੰਡਿਆਂ ਨੇ ਪੈਸਾ ਲਗਾਇਆ। ਕੁਝ ਕੇਸਿਸ ਦੇ ਵਿੱਚ ਐਸੇ ਵੀ ਨੇ ਕਿ ਰਿਲੇਸ਼ਨਸ਼ਿਪ ਚੱਲ ਰਹੇ ਸੀਗੇ, ਪਿਆਰ ਦੇ ਵਿੱਚ ਕਹਿ ਲਓ ਵੀ ਇੰਨੇ ਹੋ ਗਏ ਕਿ ਘਰਦਿਆਂ ਨਾਲ ਗੱਲਬਾਤ ਕੀਤੀ, ਘਰ ਦੇ ਵੀ ਮੰਨ ਗਏ। ਘਰਦਿਆਂ ਦੇ ਮੰਨਣ ਤੋਂ ਬਾਅਦ ਕੁੜੀਆਂ ਦੇ ਉੱਤੇ ਪੈਸਾ ਖਰਚ ਕੀਤਾ ਜਾਂਦਾ ਆ, ਆਇਲਸ ਕਰਾਈ ਜਾਂਦੀ ਹੈ, ਉਹਨਾਂ ਨੂੰ ਬਾਹਰ ਭੇਜਣ ਦਾ ਖਰਚਾ ਚੱਕਿਆ ਜਾਂਦਾ, ਉਹਨਾਂ ਨੂੰ ਉੱਥੇ ਜਾਣ ਦਾ ਖਰਚਾ ਦਿੱਤਾ ਜਾਂਦਾ। ਜਾਣ ਤੋਂ ਬਾਅਦ ਕੁੜੀਆਂ ਲਗਭਗ 2-3 ਮਹੀਨੇ ਤੋਂ ਬਾਅਦ ਦੁਬਾਰਾ ਤੋਂ ਬੁਲਾਣਾ ਛੱਡ ਦਿੰਦੀਆਂ ਨੇ। ਬੁਲਾਣਾ ਛੱਡ ਕੇ ਬਾਅਦ 'ਚੋਂ ਕੋਈ ਇਨਫੋਰਮੇਸ਼ਨ ਨਹੀਂ ਦਿੰਦੀਆਂ, ਕੋਈ ਰੀਜ਼ਨ ਨਹੀਂ ਦਿੰਦੀਆਂ ਕਿ ਅਸੀਂ ਕਿਉਂ ਬੁਲਾਣਾ ਛੱਡ ਰਹੀਆਂ। ਨਾਲੋਂ ਨਾਲ ਜੋ ਵਾਅਦਾ ਕੀਤਾ ਹੁੰਦਾ ਕਿ ਬਾਹਰ ਸੱਦਾਂਗੇ, ਇੱਕ ਆਪਣੀ ਲਾਈਫ ਸਟਾਈਲ ਨੂੰ ਜਿਹੜਾ ਇੰਪਰੂਵ ਕਰਨ ਦਾ ਵਾਅਦਾ ਕੀਤਾ ਹੁੰਦਾ ਆ ਕਿ ਬਾਹਰ ਸੱਦ ਕੇ ਤੁਹਾਨੂੰ ਉੱਥੇ ਦੇ PR ਦਵਾਵਾਂਗੇ, ਉਸ ਨੂੰ ਵੀ ਪੂਰਾ ਨਹੀਂ ਕੀਤਾ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਜਿੰਨੇ ਵੀ ਸਾਡੇ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ, NRI ਸੰਸਥਾਵਾਂ ਨੇ ਜਾਂ ਕੈਨੇਡੀਅਨ ਸਰਕਾਰ ਹੈ, ਉਹ ਕਿਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਦੇ ਉੱਤੇ ਕਾਰਵਾਈ ਕਰਦੀ ਹੈ। ਕੈਮਰਾਮੈਨ ਜਤਿਨ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ। ਦੇਖਦੇ ਰਹੋ ਦੈਨਿਕ ਸਵੇਰਾ TV। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।